ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਵਡ ਅਵਰ ਨਾ ਕੋਏ। ਵਾਹ ਵਾਹ ਅਗਮ ਅਥਾਹੁ ਹੈ, ਵਾਹ ਵਾਹ ਸੱਚਾ ਸੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਕਲੀ ਮਹੱਲਾ ਪੰਜਵਾਂ। ਤੇਰੀ ਸ਼ਰਨ ਪੂਰੇ ਗੁਰਦੇਵ, ਤੁਧ ਬਿਨ ਦੂਜਾ ਨਾਹੀ ਕੋਈ। ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਸੋ ਧਿਆਏ ਪੂਰਾ ਜਿਸ ਕਰਮ। ਤੇਰੀ ਸ਼ਰਨ ਪੂਰੇ ਗੁਰਦੇਵ, ਤੁਧ ਬਿਨ ਦੂਜਾ ਨਾਹੀ ਕੋਈ। ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਸੋ ਧਿਆਏ ਪੂਰਾ ਜਿਸ ਕਰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਪਤਿਤ ਪਾਵਨ ਭਗਤ ਵਤਸਲ, ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਚਰਨਾਂ ਦੇ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਤ ਸੰਗਤ ਦੀਆਂ ਵਡਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ, ਧੰਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਗਰੀਬ ਨਵਾਜ ਸਾਹਿਬ ਜੀ ਦੀ ਕਿਰਪਾ ਹੋਵੇ ਤਾਂ ਹੀ ਸਤਿਗੁਰਾਂ ਦੇ ਅੰਮ੍ਰਿਤਮਈ ਦੀਦਾਰ, ਗੁਰੂ ਕੇ ਦਰਬਾਰ ਦੀ ਹਾਜ਼ਰੀ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਹਨ। ਸਤਿਗੁਰੂ ਜੀ ਫਰਮਾਉਂਦੇ ਹਨ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜਤਿਆ। ਉਹਨਾਂ ਗੁਰੂ ਕੇ ਸਿੱਖਾਂ ਦੇ ਸਾਰਿਆਂ ਨਾਲੋਂ ਵੱਡੇ ਭਾਗ ਹਨ
ਜਿਹੜੇ ਸਿੱਖ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ ਹਨ, ਜੋ ਗੁਰ ਚਰਣੀ ਸਿੱਖ ਪਰਤਿਆ। ਤੋ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ ਹੋਇਆ। ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ। ਲੜੀਵਾਰ ਰੂਪ ਦੇ ਵਿੱਚ ਅੰਮ੍ਰਿਤ ਬਾਣੀ ਦੀ ਕਥਾ ਰਾਮਕਲੀ ਰਾਗ ਦੇ ਅੰਦਰ ਚੱਲ ਰਹੀ ਹੈ। ਜੋ ਪਵਿੱਤਰ ਸ਼ਬਦ ਆਰੰਭ ਹੋ ਰਿਹਾ ਹੈ 893 ਅੰਗ ਤੇ ਇਹ ਪਵਿੱਤਰ ਸ਼ਬਦ ਸੋਭਨੀਕ ਹੈ। ਜਿਵੇਂ ਗਰੀਬ ਨਵਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮਕਲੀ ਰਾਗ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਇਹ 18ਵਾਂ ਰਾਗ ਹੈ। ਆਰੰਭ ਦੇ ਵਿੱਚ ਸ੍ਰੀ ਰਾਗ ਹੈ, ਦੂਸਰੇ ਸਥਾਨ ਤੇ ਮਾਝ ਹੈ, ਤੀਸਰੇ ਤੇ ਗੌੜੀ ਹੈ। ਇਸੇ ਪ੍ਰਕਾਰ ਇਹ ਰਾਗ 18ਵੇਂ ਸਥਾਨ ਤੇ ਹੈ। ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਾਣੀ ਕੇ ਬੋਹਿਤ ਸ਼ਾਂਤ ਸਰੂਪ ਗਹਿਰ ਗੰਭੀਰ ਸਤਿਗੁਰੂ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਗਰੀਬ ਨਵਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਤੇਰੀ ਸਰਣ ਪੂਰੇ ਗੁਰਦੇਵ। ਕਹੇ ਪੂਰੇ ਗੁਰਦੇਵ, ਪੂਰੇ ਸਤਿਗੁਰੂ ਜੀ, ਦੇਵਤਿਆਂ ਤੋਂ ਵੱਡੇ ਪੂਜਨੀਕ ਗੁਰਦੇਵ, ਤੇਰੀ ਸ਼ਰਨ, ਮੈਂ ਤੇਰੀ ਸ਼ਰਨ ਵਿੱਚ ਹਾਂ। ਆਪ ਜੀ ਦੀ ਸ਼ਰਨ ਸਭ ਤੋਂ ਵੱਡੀ ਹੈ ਤੇ ਆਪ ਜੀ ਦਾ ਇਹ ਬਿਰਧ ਹੈ। ਜੋ ਵੀ ਜੀਵ ਪੂਰੇ ਗੁਰਦੇਵ ਦੀ ਸ਼ਰਨ ਵਿੱਚ ਆਉਂਦਾ ਹੈ ਉਸ ਨੂੰ ਮਹਾਰਾਜ ਸਾਹਿਬ ਜੀ ਆਪਣੇ ਸ਼ਰਨ ਵਿੱਚ ਥਾਂ ਦਿੰਦੇ ਹਨ, ਉਸ ਨੂੰ ਆਪਣੇ ਕੰਠ ਨਾਲ ਲਾਉਂਦੇ ਹਨ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਇਹ ਸੁਆਮੀ ਦਾ ਬਿਰਧ ਹੈ, ਮਾਲਕ ਦਾ ਬਿਰਧ ਹੈ ਕਿ ਜਿਹੜਾ ਵੀ ਸ਼ਰਨ ਵਿੱਚ ਆ ਗਿਆ ਉਸ ਨੂੰ ਮਹਾਰਾਜ ਸਾਹਿਬ ਜੀ ਆਪਣੇ ਕੰਠ ਨਾਲ ਲਾ ਲੈਂਦੇ ਹਨ। ਇਸ ਕਰਕੇ ਗਰੀਬ ਨਵਾਜ ਸਾਹਿਬ ਕਹਿੰਦੇ ਜਿੱਥੇ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਉੱਥੇ ਨਾਲ ਇਹ ਬੇਨਤੀ ਵੀ ਕਰਨੀ ਚਾਹੀਦੀ ਹੈ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਇਹ ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਆਪ ਜੀ ਦੀ ਸ਼ਰਨ ਵਿੱਚ ਮੈਨੂੰ ਆਪ ਜੀ ਦੇ ਨਾਮ ਦੀ ਪ੍ਰਾਪਤੀ ਹੋਵੇ। ਮਿਲੈ ਨਾਮ ਸੂਖ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲੇਖੈ ਛੂਟਹਿ, ਹਮ ਨਿਰਗੁਣ ਲੇਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਸ਼ੈ ਪਰਿਓ, ਰਾਖ ਲੇਹੋ ਇਹ ਬਾਰੀ। ਗਰੀਬ ਨਵਾਜ ਸਾਹਿਬ ਕਹਿੰਦੇ ਤੇਰੀ ਸਰਨ ਪੂਰੇ ਗੁਰਦੇਵ, ਹੇ ਪੂਰੇ ਗੁਰਦੇਵ,
ਅੰਮ੍ਰਿਤ ਬਾਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਬਚਨ ਫਰਮਾਏ ਕਿ ਭਾਈ ਪੂਰੇ ਦੀ ਸ਼ਰਨ ਵਿੱਚ ਪੈ, ਪੱਕੇ ਦੀ ਸ਼ਰਨ ਵਿੱਚ ਪੈ, ਕਿਉਂਕਿ ਜੇ ਕੱਚੇ ਦੀ ਸ਼ਰਨ ਵਿੱਚ ਪੈ ਗਿਆ ਉਹਨੇ ਆਪ ਵੀ ਡੁੱਬਣਾ ਹੈ, ਤੈਨੂੰ ਵੀ ਡੋਬ ਦੇਣਾ ਹੈ। ਜਗਤ ਗੁਰੂ ਜੀ ਦਾ ਹੀ ਬਚਨ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ, ਕਾਚੇ ਗੁਰ ਤੇ ਮੁਕਤ ਨਾ ਹੁਆ, ਕਿ ਕੱਚੇ ਗੁਰੂ ਦੇ ਪਾਸੋਂ ਮੁਕਤੀ ਨਹੀਂ ਪ੍ਰਾਪਤ ਹੁੰਦੀ। ਪੂਰੇ ਗੁਰੂ ਸਾਹਿਬ ਹੀ ਮੁਕਤੀ ਦਿੰਦੇ ਹਨ, ਕਲਿਆਣ ਕਰਦੇ ਹਨ, ਲੋਕ ਅਤੇ ਪਰਲੋਕ ਵਿੱਚ ਰੱਖਿਆ ਕਰਦੇ ਹਨ। ਤਾਂ ਹੀ ਕਿਹਾ ਹੈ ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰਹੁ ਗੋਬਿੰਦ, ਮਣਿ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ, ਹਰ ਧਨ ਕੇ ਭਰ ਲੇਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਤਾਂ ਮਹਾਰਾਜ ਬੇਨਤੀ ਕਰਦੇ ਹਨ ਕਿ ਪੂਰੇ ਗੁਰੂ ਦੇਵ ਜੀ ਆਪ ਜੀ ਦੀ ਸ਼ਰਨ ਵਿੱਚ ਹਾਂ। ਤੁਧ ਬਿਨ ਦੂਜਾ ਨਾਹੀ ਕੋਈ, ਕਿਉਂਕਿ ਤੇਰੇ ਤੋਂ ਬਿਨਾਂ ਹੈ ਅਕਾਲ ਪੁਰਖ ਵਾਹਿਗੁਰੂ ਜੀ, ਦੂਜਾ ਕੋਈ ਤੇਰੇ ਵਰਗਾ ਹੈ ਨਹੀਂ, ਦੂਜਾ ਨਾ ਹੀ ਕੋਈ। ਕਿਉਂਕਿ ਵਾਹਿਗੁਰੂ ਜੀ ਦੇ ਅਨੇਕਾਂ ਗੁਣ ਹਨ, ਪਰ ਉਹਦਾ ਸਭ ਤੋਂ ਵੱਡਾ ਗੁਣ ਮਹਾਰਾਜ ਕਹਿੰਦੇ ਇਹ ਹੈ ਵੀ ਉਹਦੇ ਵਰਗਾ ਦੂਜਾ ਕੋਈ ਨਹੀਂ ਹੈ। ਨਾ ਕੋਈ ਦੂਜਾ ਪਿੱਛੇ ਹੋਇਆ, ਨਾ ਕੋਈ ਉਹਦੇ ਵਰਗਾ ਦੂਜਾ ਹੋਣਾ ਹੈ, ਨਾ ਕੋਈ ਦੂਜਾ ਅੱਗੇ ਹੋਵੇਗਾ। ਉਹ ਇੱਕੋ ਹੀ ਹੈ, ਆਪਣੇ ਵਰਗਾ ਆਪ ਹੀ। ਜੈਸਾ ਤੂੰ ਤੈਸਾ ਤੁਹੀਂ, ਕਿਆ ਉਪਮਾ ਦੀਜੈ, ਤੇਰਾ ਸ਼ਰੀਕ ਕੋ ਨਾਹੀ, ਜਿਸਨੂੰ ਲਵੈ ਲਾਏ ਸੁਨਾਇਆ। ਤੁਧ ਬਿਨ ਦੂਜਾ ਨਾਹੀ ਕੋਈ, ਤੇਰੇ ਤੋਂ ਬਿਨਾ ਤੇਰੇ ਵਰਗਾ ਦੂਜਾ ਕੋਈ ਨਹੀਂ ਹੈ। ਤਾਂ ਹੀ ਕਿਹਾ ਹੈ ਗੁਣ ਇਹੋ, ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਨਾ ਕੋਈ ਵਾਹਿਗੁਰੂ ਪਰਮੇਸ਼ਰ ਵਰਗਾ ਪਿੱਛੇ ਹੋਇਆ ਹੈ ਤੇ ਨਾ ਕੋਈ ਉਹਦੇ ਵਰਗਾ ਕੋਈ ਹੋਵੇਗਾ। ਉਹ ਆਪਣੇ ਵਰਗਾ ਆਪ ਹੀ ਹੈ। ਤੁਧਨੋ ਛੋੜ ਜਾਈਏ ਪ੍ਰਭ ਕੈ ਧਾਰ, ਆਨ ਨਾ ਬੀਆ ਤੇਰੀ ਸਮਸਰ। ਤੇਰੀ ਸਮਸਰ ਕੋਈ ਦੂਜਾ ਹੈ ਹੀ ਨਹੀਂ, ਤੇਰੇ ਵਰਗਾ ਕੋਈ ਦੂਜਾ ਹੈ ਹੀ ਨਹੀਂ, ਕੋਈ ਦੂਜਾ ਰੱਖਿਆ ਸਹਾਇਤਾ ਕਰਨ ਵਾਲਾ ਨਹੀਂ ਹੈ। ਤੁਧ ਬਿਨ, ਤੇਰੇ ਤੋਂ ਬਿਨਾ, ਤੂੰ ਆਪਣੇ ਵਰਗਾ ਆਪ ਹੀ ਹੈ। ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਕਿਉਂਕਿ ਹੇ ਸਤਿਗੁਰੂ ਜੀ, ਪੂਰੇ ਗੁਰਦੇਵ ਜੀ, ਤੂੰ ਸਰਬ ਕਲਾ ਸਮਰੱਥ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਤੁਸੀਂ ਸਰਬ ਕਲਾ ਸਮਰੱਥ ਹੋ, ਪੂਰਨ, ਸਾਰਿਆਂ ਥਾਵਾਂ ਤੇ ਵਿਆਪਕ ਹੋ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਪਾਰ ਬ੍ਰਹਮ, ਸਾਰੇ ਥਾਵਾਂ ਤੇ ਵਿਆਪਕ ਹੋ ਤੇ ਆਪ ਜੀ ਦੇ ਉਰਾਰ ਪਾਰ ਦਾ ਕੋਈ ਅੰਤ ਨਹੀਂ ਹੈ। ਪਾਪਾਂ ਪੁੰਨਾਂ ਤੋਂ ਪਰੇ ਹੋ ਆਪ ਜੀ, ਪਾਪ ਪੁੰਨ ਕਾ ਤਿਸ ਲੇਪ ਨਾ ਲਾਗੈ। ਐਸੇ ਆਪ ਪਾਪਾਂ ਪੁੰਨਾਂ ਤੋਂ ਨਿਰਲੇਪ ਪਾਰ ਬ੍ਰਹਮ ਪਰਮੇਸ਼ਰ ਹੋ ਤੇ ਸਰਬ ਕਲਾ ਸਮਰੱਥ ਹੋ। ਜੇ ਆਪ ਜੀ ਦਾਤਨ ਕਰਕੇ ਵੀ ਲਾਉਂਦੇ ਹੋ, ਬੇਰੀ ਦੀ ਦਾਤਨ ਕਰਕੇ, ਤਾਂ ਉਹ ਵੀ ਬੇਰ ਸਾਹਿਬ ਬਣ ਜਾਂਦੀ ਹੈ। ਇਹ ਆਪ ਜੀ ਦੀ ਹੀ ਸਮਰੱਥਾ ਹੈ, ਇਹ ਪੂਰੇ ਗੁਰਦੇਵ ਦੀ ਹੀ ਸਮਰੱਥਾ ਹੈ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਬਾਬਾ ਜੀ ਮੋਦੀ ਖਾਨੇ ਵਿੱਚੋਂ ਚੱਲ ਕੇ ਆਏ, ਆਪਣ ਤੇ ਚੱਲ ਨੀਰ ਕੇ ਤੀਰ ਪੈ। ਆਪਣ ਕਹਿੰਦੇ ਬੋਦੀ ਖਾਨੇ ਨੂੰ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੋਭਾ ਪਾਉਂਦਾ, ਤੇ ਬਾਬਾ ਜੀ ਦੀ ਸ਼ੋਅ ਪ੍ਰਾਪਤ 14 ਵੱਟੇ ਸੋਭਾ ਪਾਉਂਦੇ, ਜਿੱਥੇ ਤੇਰਾ ਤੇਰਾ ਕਹਿ ਕੇ ਗਰੀਬਾਂ ਦੀਆਂ ਝੋਲੀਆਂ ਭਰੀਆਂ। ਉਥੋਂ ਮੋਦੀ ਖਾਨੇ ਤੋਂ ਚੱਲ ਕਰਕੇ ਤੇ ਵੇਈ ਦੇ ਕੰਢੇ ਤੇ ਇੱਥੇ ਮਹਾਰਾਜ ਰੋਜ਼ ਆਉਂਦੇ। ਆਪਣ ਤੇ ਚੱਲ ਨੀਰ ਕੇ ਤੀਰ ਪੈ, ਦੰਤਨ ਧਾਵਨ ਆਨ ਕਰੀ।
ਦੰਤਨ ਧਾਮਣ ਕਹਿੰਦੇ ਦਾਤਣ ਨੂੰ। ਬਾਬਾ ਜੀ ਨੇ ਦਾਤਨ ਕੀਤੀ, ਰੋਜ਼ ਇੱਥੇ ਦਾਤਨ ਕਰਦੇ ਇਸ਼ਨਾਨ ਤੋਂ ਪਹਿਲਾਂ ਮਹਾਰਾਜ ਜੀ। ਤੇ ਅੱਜ ਗਰੀਬ ਨਵਾਜ ਸਾਹਿਬ ਨੇ ਬੇਰੀ ਦੀ ਦਾਤਨ ਕੀਤੀ ਹੈ। ਆਪਣ ਤੇ ਚਲ ਨੀਰ ਕੇ ਤੀਰ ਪੈ, ਦੰਤਨ ਧਾਮਨ ਆਨ ਕਰੀ, ਗਾਡ ਦਈ ਧਾਰ ਹੋਤ ਭਇਓ ਤਾਰ, ਹੈ ਅਬ ਲਓ ਬਾਰ ਸੋ ਬਦਰੀ। ਦਾਤਨ ਕਰਕੇ ਫਿਰ ਧਰਤੀ ਵਿੱਚ ਗੱਡ ਦਿੱਤੀ ਹੈ, ਗਾਡ ਦਈ ਧਾਰ। ਤੇ ਉਸ ਦਾਤਨ ਦਾ ਫਿਰ ਹੋਤ ਭਇਓ ਤਾਰ, ਦਰਖਤ ਹੋਇਆ ਬੇਰੀ ਦਾ। ਤੇ ਕਵੀ ਜੀ ਕਹਿੰਦੇ ਹੈ ਅਬ ਲਓ ਬਾਰ ਸੋ ਬਦਰੀ। ਉਹ ਬਦਰੀ, ਉਹ ਬੇਰੀ ਅੱਜ ਤੀਕ ਸ੍ਰੇਸ਼ਟ ਹੈ, ਸੋਭਾ ਪਾਉਂਦੀ ਹੈ। ਤੇ ਉਸ ਬੇਰੀ ਸਾਹਿਬ ਦੇ ਨਾਂ ਦੇ ਉੱਤੇ ਹੀ ਗੁਰੂ ਕੇ ਦਰਬਾਰ ਦਾ ਨਾਮ ਹੈ, ਗੁਰਦੁਆਰਾ ਸ੍ਰੀ ਬੇਰ ਸਾਹਿਬ। ਇਹ ਸਤਿਗੁਰੂ ਜੀ ਆਪ ਜੀ ਦੀ ਹੀ ਸਮਰੱਥਾ ਹੈ। ਤੂੰ ਸਮਰੱਥ, ਤੂੰ ਸਰਬ ਕਲਾ ਸਮਰੱਥ ਹੈ ਪੂਰੇ ਗੁਰਦੇਵ, ਕਿ ਆਪ ਦਾਤਨ ਕਰਕੇ ਵੀ ਗੱਡਦੇ ਹੋ ਤੇ ਉਹ ਵੀ ਬੇਰੀ ਦਾ ਦਰਖਤ ਬਣ ਜਾਂਦਾ। ਤੇ ਉਸ ਵੇਲੇ ਹੋਰ ਵੀ ਬੇਰੀਆਂ ਅਨੇਕਾਂ ਸੀ, 4 ਚੁਫੇਰੇ ਆਪਣੀ ਉਮਰ ਭੋਗ ਕਰਕੇ ਸਮਾਪਤ ਹੋ ਗਈਆਂ। ਕਈਆਂ ਨੂੰ ਵੱਢ ਕੇ ਲੋਕਾਂ ਨੇ ਖੇਤਾਂ ਦੇ ਦੁਆਲੇ, ਫਸਲਾਂ ਦੇ ਦੁਆਲੇ ਵਾੜ ਕਰ ਦਿੱਤਾ। ਕਈਆਂ ਨੂੰ ਬੱਕਰੀਆਂ ਚਰ ਗਈਆਂ, ਖਾ ਗਈਆਂ। ਪਰ ਇਹ ਬੇਰੀ ਸਾਹਿਬ ਸੋਭਾ ਪਾਉਂਦੀ ਹੈ। ਤੇ ਗੁਰਮੁਖ ਨੇ ਲਿਖਿਆ ਹੈ ਕਿ ਬੇਰੀ ਆਖਦੀ ਹੈ, ਮੇਰੇ ਜਿਹੀਆਂ ਬੇਰੀਆਂ ਬਥੇਰੀਆਂ ਸੀ ਜਾਗੀ ਉੱਤੇ, ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜ਼ੀਕ ਹੈ। ਕੋਲੇ ਹੋ ਕੇ ਸੜ ਗਈਆਂ, ਬੁੱਢੀਆਂ ਹੋ ਮਰ ਗਈਆਂ, ਬੱਕਰੀਆਂ ਚਰ ਗਈਆਂ, ਬਚਨ ਇਹ ਠੀਕ ਹੈ। ਮੈਂ ਹਰੀ ਭਰੀ ਸਤਿਕਾਰਯੋਗ ਸੁਲਤਾਨਪੁਰ ਲੋਧੀ ਵਿੱਚ, ਵਰਾ ਹੋਇਆ ਮੈਨੂੰ 500 ਤੋਂ ਵਧੇਕ ਹੈ। ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ, ਦੇਵਦਾ ਉਗਾਹੀ ਪੱਤ ਪੱਤ ਮੇਰਾ ਠੀਕ ਹੈ। ਕਿ ਮੇਰਾ ਪੱਤਾ ਪੱਤਾ ਹਰਿਆ ਭਰਿਆ ਤੇ ਉਗਾਈ ਦੇ ਰਿਹਾ ਹੈ। ਦੁਨੀਆ ਦੇ ਲੋਗੋ, ਮੈਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੰਗਤ ਹਾਸਲ ਹੋਈ ਹੈ। ਕੁਝ ਸਮਾਂ ਸੰਗਤ ਪ੍ਰਾਪਤ ਹੋਈ, ਮਹਾਰਾਜ ਨੇ ਦਾਤਨ ਕੀਤੀ ਉਸ ਟਹਿਣੀ ਦੀ ਤੇ ਉਹਨੂੰ ਗੱਡਿਆ ਏ ਤੇ ਉਹ ਬੇਰ ਸਾਹਿਬ ਬਣ ਗਈ। ਸਦੀਆਂ ਬੀਤ ਗਈਆਂ ਤੇ ਮੈਂ ਹਰੀ ਭਰੀ ਹਾਂ ਸੁਲਤਾਨਪੁਰ ਲੋਧੀ ਦੇ ਵਿੱਚ। ਹੋਰ ਵੀ ਇਤਿਹਾਸਕ ਦਰਖਤ ਹਨ। ਸਿੱਖ ਦਰਖਤਾਂ ਦੀ ਪੂਜਾ ਨਹੀਂ ਕਰਦਾ, ਪਰ ਦਰਖਤਾਂ ਦੇ ਵਿੱਚੋਂ ਜਗਤ ਗੁਰੂ ਜੀ ਨੂੰ ਨਮਸਕਾਰ ਕਰਦਾ ਵੀ ਇਹਨਾਂ ਨੂੰ ਗੁਰੂ ਜੀ ਦੀ ਛੋਹ ਪ੍ਰਾਪਤ ਹੋਈ ਹੈ। ਇੱਕ ਹੋਰ ਗੁਰਮੁਖ ਲਿਖਦਾ ਹੈ, ਉਹ ਕਹਿੰਦਾ ਬੇਰੀ ਹੇਠ ਬੈਠੇ ਗੁਰੂ ਬੇਰੀ ਪੀ ਨਿਹਾਲ ਹੋਈ, ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਮਦਾ, ਅੱਕਾਂ ਦੀਆਂ ਖੱਖੜੀਆਂ ਵੇਖ ਕੇ ਨਿਹਾਲ ਹੋਈਆਂ, ਅੰਬ ਤੇ ਅਨਾਰ ਨੂੰ ਮਰਦਾਨਾ ਤੋੜ ਖਾਵਦਾ, ਕਿੱਕਰਾਂ ਤੋਂ ਮਠਿਆਈਆਂ ਚੜਵਾਈਆਂ ਮੇਰੇ ਸਤਿਗੁਰਾਂ, ਖਾਰਾ ਜਲ ਚਰਨ ਛੋਏ ਮਿੱਠਾ ਹੋਏ ਜਾਮਦਾ, ਪਸ਼ੂ ਪੰਛੀ ਰਾਖਸ਼ ਵੀ ਤਾਰੇ ਮੇਰੇ ਸਤਿਗੁਰਾਂ, ਬੰਦਾ ਕਿਉਂ ਨਾ ਤਰੇ ਜਿਹੜਾ ਗੁਰੂ ਸ਼ਰਨ ਆਵਦਾ। ਇਹ ਕੌੜਾ ਰੀਠਾ ਅੱਜ ਵੀ ਸਾਨੂੰ ਸਿੱਖਿਆ ਦੇ ਰਿਹਾ ਹੈ। ਉਹ ਦਰਖਤ ਅੱਜ ਵੀ ਸਿੱਖਿਆ ਦੇ ਰਿਹਾ ਵੀ ਅਸੀਂ ਦਰਖਤ ਹੋ ਕਰਕੇ ਸਾਨੂੰ ਬਾਬਾ ਜੀ ਨੇ ਤਾਰ ਦਿੱਤਾ। ਤੁਸੀਂ ਤੇ ਇਨਸਾਨ ਹੋ, ਤੁਸੀਂ ਤਾਂ ਬੰਦੇ ਹੋ। ਬੰਦਾ ਕਿਉਂ ਨਾ ਤਰੇ ਜਿਹੜਾ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਉਂਦਾ ਹੈ। ਪੱਥਰ ਨੂੰ ਪੰਜਾ ਲਾਇਆ ਤੇ ਪੰਜਾ ਸਾਹਿਬ ਬਣਾ ਦਿੱਤਾ। ਕੌੜੇ ਰੀਠੇ ਵੱਲੇ ਮਿੱਠੀ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਤੱਕਿਆ ਤੇ ਅੱਜ ਤੀਕ ਮਿੱਠੇ ਫਲ ਦਿੰਦਾ ਹੈ। ਤੇ ਉਹ ਸਿੱਖਿਆ ਦਿੰਦੇ ਵੀ ਹੈ ਇਨਸਾਨ, ਤੂੰ ਵੀ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਧਾਰਨ ਕਰ, ਤੂੰ ਗੁਰੂ ਕੀ ਸ਼ਰਨ ਵਿੱਚ ਆਇਆ ਹੈ। ਤਾਂ ਮਹਾਰਾਜ ਕਹਿੰਦੇ ਪੂਰੇ ਗੁਰੂ ਸਾਹਿਬ ਜੀ, ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਤੂੰ ਸਰਬ ਕਲਾ ਸਮਰੱਥ ਹੈ। ਸਮਰੱਥ ਦਾ ਅਰਥ ਹੈ ਜੋ ਕੁਝ ਕਰਨਾ ਚਾਹਣ ਉਹ ਕਰਨ ਦੀ ਸਮਰੱਥਾ ਹੈ। ਪੂਰਨ ਸਾਰੇ ਥਾਵਾਂ ਤੇ ਵਿਆਪਕ ਤੇ ਪਾਪਾ ਪੁੰਨਾ ਤੋਂ ਪਰੇ ਪਾਰ ਬ੍ਰਹਮ ਪਰਮੇਸ਼ਰ ਹੋ ਜੀ। ਓ ਧਿਆਏ ਪੂਰਾ ਜਿਸ ਕਰਮ। ਤੇ ਹੈ ਪੂਰੇ ਗੁਰਦੇਵ ਆਪ ਜੀ ਨੂੰ ਉਹੀ ਜੀਵ ਧਿਆ ਸਕਦਾ ਹੈ ਜਿਸ ਉੱਤੇ ਪੂਰਾ ਆਪ ਜੀ ਦਾ ਕਰਮ ਨਾਮ ਬਖਸ਼ਿਸ਼ ਦਾ ਹੈ, ਜਿਸ ਉੱਤੇ ਆਪ ਜੀ ਦਾ ਪੂਰਾ ਕਰਮ ਹੋਵੇ, ਪੂਰੀ ਬਖਸ਼ਿਸ਼ ਹੋਵੇ।
ਅਥਵਾ ਜਿਸ ਦੇ ਪੂਰੇ ਵੱਡੇ ਭਾਗ ਹੋਣ, ਵੱਡੇ ਕਰਮ ਹੋਣ, ਉਹੀ ਆਪ ਜੀ ਨੂੰ ਧਿਆਉਂਦਾ ਹੈ। ਹੇ ਪ੍ਰਭੂ ਜੀ, ਸੰਸਾਰ ਭਉਜਲ ਤੋਂ ਤਾਰਨ ਵਾਸਤੇ ਆਪ ਜੀ ਦਾ ਨਾਮ ਜਹਾਜ਼ ਦੀ ਨਿਆਈ ਹੈ। ਆਪ ਜੀ ਦਾ ਨਾਮ ਬੋਹਿਥਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਗੁਰੂ ਕਾ ਬਖਸ਼ਿਆ ਹੋਇਆ ਨਾਮ ਪਰਮੇਸ਼ਰ ਦਾ ਸੰਸਾਰ ਭਉਜਲ ਤੋਂ ਜੀਵਾਂ ਨੂੰ ਤਾਰਨ ਵਾਸਤੇ ਜਹਾਜ਼ ਦੀ ਤਰ੍ਹਾਂ ਹੈ। ਪੰਚਮ ਪਾਤਸ਼ਾਹ ਕਹਿੰਦੇ, ਮੇਰੇ ਮਨ ਨੇ ਹੇ ਪ੍ਰਭੂ ਇੱਕ ਆਪ ਜੀ ਦੀ ਹੀ ਸ਼ਰਨ ਗ੍ਰਹਿਣ ਕੀਤੀ ਹੈ, ਕਿਉਂਕਿ ਆਪ ਜੀ ਦੀ ਸ਼ਰਨ ਸਭ ਤੋਂ ਵੱਡੀ ਸ਼ਰਨ ਹੈ। ਬਾਕੀ ਸਭ ਥਾਵਾਂ ਛੱਡ ਕਰਕੇ ਇੱਕ ਆਪ ਜੀ ਦੀ ਹੀ ਸ਼ਰਨ ਗ੍ਰਹਿਣ ਕੀਤੀ ਹੈ। ਤੇ ਸਾਨੂੰ ਵੀ ਮਹਾਰਾਜ ਸਾਹਿਬ ਇਹੀ ਸਿੱਖਿਆ ਦੇ ਰਹੇ ਆ ਕਿ ਇਹ ਭਾਈ ਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੋ। ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਇੱਕ ਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰਨ ਦੇ ਨਾਲ ਤੇ ਨਾਮ ਧਿਆਉਣ ਨਾਲ ਸਾਰੇ ਕਾਰਜ ਰਾਸ ਆ ਜਾਣਗੇ। ਗਰੀਬ ਨਵਾਜ ਨੇ ਫਰਮਾਇਆ, ਦਸਮ ਪਾਤਸ਼ਾਹ ਜੀ ਨੇ, ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। हे ਪ੍ਰਭੂ ਜੀ, ਸਾਰੇ ਦੁਆਰੇ ਛੱਡ ਕਰਕੇ ਆਪ ਜੀ ਦੇ ਦੁਆਰੇ ਨੂੰ ਪਕੜਿਆ ਹੈ, ਆਪ ਜੀ ਦੇ ਦੁਆਰੇ ਦਾ ਆਸਰਾ ਲਿਆ ਹੈ। ਇਸ ਕਰਕੇ ਤੁਸੀਂ ਸਾਡੀ ਬਾਂਹ ਫੜੇ ਦੀ ਲਾਜ ਰੱਖੋ, ਅਸੀਂ ਆਪ ਜੀ ਦੇ ਦਾਸ ਹਾਂ। ਏਕਾ ਸਰਨ ਗਹੀ ਮਨ ਮੇਰਾ, ਮੇਰੇ ਮਨ ਨੇ ਇੱਕ ਵਾਹਿਗੁਰੂ ਜੀ ਆਪ ਜੀ ਦੀ ਹੀ ਸ਼ਰਨ ਗ੍ਰਹਿਣ ਕੀਤੀ ਹੈ। ਆਪ ਜੀ ਤੋਂ ਬਿਨਾ ਦੂਸਰਾ ਕੋਈ ਥਾਂ ਨਹੀਂ ਹੈ, ਦੂਸਰਾ ਕੋਈ ਟਿਕਾਣਾ ਨਹੀਂ ਹੈ ਜਿਸ ਥਾਂ ਦੇ ਉੱਤੇ ਜਾਈਏ ਕਿ ਜਿੱਥੇ ਆਸਰਾ ਮਿਲੇਗਾ। ਨਹੀਂ, ਆਪ ਹੀ ਆਸਰਾ ਦੇਣ ਵਾਲੇ ਹੋ, ਆਪ ਹੀ ਬਾਂਹ ਫੜਨ ਵਾਲੇ ਹੋ। ਆਪ ਜੀ ਦੀ ਸ਼ਰਨ ਹੀ ਕਲਿਆਣ ਕਰਨ ਵਾਲੀ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ, ਜਪ ਜਪ ਜੀਵਾ ਤੇਰਾ ਨਾਮ, ਜੋ ਜਪਣੇ ਯੋਗ ਹੈ ਇਹ ਪ੍ਰਭੂ ਤੇਰਾ ਨਾਮ। ਤੇਰੇ ਨਾਮ ਨੂੰ ਜਪ ਜਪ ਕੇ ਜਿਉਂਦਾ ਹਾਂ, ਤੇਰਾ ਨਾਮ ਹੀ ਜੀਵਨ ਦਾਤਾ ਹੈ। ਏ ਵਾ ਪ੍ਰਭੂ ਜੀ, ਤੇਰੇ ਨਾਮ ਨੂੰ ਜਪ ਕਰਕੇ ਮੈਂ ਅੱਗੇ ਦਰਗਾਹ ਦੇ ਵਿੱਚ ਵੀ ਥਾਂ ਪ੍ਰਾਪਤ ਕਰ ਲਵਾਂਗਾ। ਆਪ ਜੀ ਦਾ ਨਾਮ ਹੀ ਦਰਗਾਹ ਦੇ ਵਿੱਚ ਥਾਂ ਦੇਣ ਵਾਲਾ ਹੈ। ਜਿਹੜੇ ਜਿਹੜੇ ਜੀਵ ਵਾਹਿਗੁਰੂ ਜੀ ਆਪ ਜੀ ਦਾ ਨਾਮ ਜਪਦੇ ਹਨ, ਉਹਨਾਂ ਦਾ ਦੁੱਖ ਵੀ ਦੂਰ ਹੋ ਜਾਂਦਾ ਹੈ, ਜੰਮਣ ਤੇ ਮਰਨ ਦਾ। ਉਹਨਾਂ ਦੇ ਮਨ ਤੋਂ ਅੰਧਕਾਰ ਹਨੇਰਾ ਵੀ ਚਲੇ ਜਾਂਦਾ ਹੈ। ਜੋ ਅਗਿਆਨਤਾ ਦਾ ਹਨੇਰਾ ਹੈ, ਅਵਿਦਿਆ ਦਾ ਹਨੇਰਾ ਹੈ, ਇਹ ਹਨੇਰਾ ਵੀ ਮਨ ਤੋਂ ਨਿਵਰਤ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਜਿਹੜੇ ਆਪ ਜੀ ਦੇ ਨਾਮ ਦਾ ਜਾਪ ਕਰਦੇ ਹਨ, ਉਹਨਾਂ ਦੇ ਅੰਦਰੋਂ ਦੁਰਮਤ, ਖੋਟੀ ਮੱਤ ਬਿਨਸ ਜਾਂਦੀ ਹੈ। ਦੁਰੇ ਦੁਰੇ ਕਰਾਉਣ ਵਾਲੀ ਜਿਹੜੀ ਮੱਤ ਹੈ, ਖੋਟੀ ਮੱਤ ਹੈ, ਉਹ ਬਿਨਸ ਜਾਂਦੀ ਹੈ। ਜਿਹੜੇ ਜੀਵ ਆਪ ਜੀ ਦੇ ਨਾਮ ਦੇ ਨਾਲ ਰਚ ਮਿਚ ਜਾਂਦੇ ਹਨ, ਜਿਨ੍ਹਾਂ ਦੀ ਸਾਂਝ ਆਪ ਜੀ ਦੇ ਨਾਮ ਨਾਲ ਬਣਦੀ ਹੈ। ਗਰੀਬ ਨਵਾਜ ਸਾਹਿਬ ਕਹਿੰਦੇ, ਪ੍ਰਭੂ ਆਪ ਜੀ ਦੇ ਚਰਨਾਂ ਕਮਲਾਂ ਦੇ ਨਾਲ ਸਾਡੀ ਪ੍ਰੀਤ ਲੱਗੀ ਹੈ। ਇਹੀ ਪੂਰੇ ਗੁਰੂ ਜੀ ਦੀ ਨਿਰਮਲ ਰੀਤ ਹੈ, ਪਵਿੱਤਰ ਰੀਤ ਹੈ, ਪਵਿੱਤਰ ਮਰਿਆਦਾ ਹੈ ਕਿ ਪੂਰੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਜਿਹੜਾ ਆ ਜਾਵੇ, ਉਹਦੀ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਨਾਲ ਪ੍ਰੀਤ ਲੱਗ ਜਾਂਦੀ ਹੈ। ਤੇ ਡਰ ਭੱਜ ਜਾਂਦਾ ਹੈ ਤੇ ਨਿਰਭਉ ਪਦ ਮਨ ਵਿੱਚ ਵਸ ਜਾਂਦਾ ਹੈ। ਜੋ ਪਰਮੇਸ਼ਰ ਡਰ ਤੋਂ ਰਹਿਤ ਹੈ,
ਉਹ ਨਿਰਭਉ ਸਰੂਪ ਵਾਹਿਗੁਰੂ ਮਨ ਵਿੱਚ ਵਸ ਜਾਂਦਾ ਹੈ ਤੇ ਭਉ ਜਿਹੜਾ ਡਰ ਹੈ ਉਹ ਭੱਜ ਜਾਂਦਾ ਹੈ। ਡਰ ਕਈ ਪ੍ਰਕਾਰ ਦਾ ਹੈ, ਪਰ ਮਹਾਰਾਜ ਕਹਿੰਦੇ ਜਿਸ ਵੇਲੇ ਨਿਰਭਉ ਦੇ ਨਾਲ ਸਾਂਝ ਪਵੇਗੀ ਫੇਰ ਹੀ ਭਉ ਦੀ ਨਿਵਰਤੀ ਹੋਵੇਗੀ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਭਉ ਡਰ ਜਿਹੜਾ ਇਹ ਭੱਜ ਜਾਂਦਾ ਹੈ ਤੇ ਨਿਰਭਉ ਪਰਮੇਸ਼ਰ ਦਾ ਨਾਮ ਮਨ ਵਿੱਚ ਵਸ ਜਾਂਦਾ ਹੈ। ਅੰਮ੍ਰਿਤ ਨਾਮ ਰਸਨਾ ਮਿਲ ਜਪੈ। ਇਹ ਪੂਰੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਦਾ ਲਾਭ ਹੈ ਕਿ ਰਸਨਾ ਦੇ ਨਾਲ ਨਿਤਾ ਪ੍ਰਤੀ ਫਿਰ ਉਹ ਜੀਵ ਅੰਮ੍ਰਿਤ ਰੂਪੀ ਨਾਮ ਨੂੰ ਜਪਦਾ ਹੈ, ਉਹਦਾ ਨਿਤਨੇਮ ਬਣ ਜਾਂਦਾ, ਨਿਤ ਜਪ ਹੈ। ਇਹ ਵੇਖੋ ਗੁਰਬਾਣੀ ਵਿੱਚ ਥਾਂ ਥਾਂ ਤੇ ਮਹਾਰਾਜ ਨੇ ਨਿਤ ਜਪਣ ਵਾਸਤੇ ਹੁਕਮ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਵੇਂ ਮਹਾਰਾਜ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ, ਉੱਥੇ ਆਖਿਆ ਸਦਾ ਜਪ, ਸਦਾ ਵੀ ਨਿਤ ਦਾ ਹੀ ਕੰਮ ਹੈ। ਇੱਥੇ ਇਸ ਪੰਕਤੀ 'ਚ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਰਸਨਾ ਨਿਤ ਜਪੈ। ਇਹ ਅੰਮ੍ਰਿਤ ਨਾਮ ਜੋ ਅਮਰ ਕਰਨ ਵਾਲਾ ਨਾਮ ਹੈ ਉਸ ਨੂੰ ਰਸਨਾ ਦੇ ਨਾਲ ਨਿਤਾ ਪ੍ਰਤੀ ਉਹ ਜੀਵ ਜਪਦਾ ਹੈ, ਜਿਹਦੇ ਉੱਤੇ ਪੂਰੇ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ। ਜਿਹੜਾ ਪੂਰੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦਾ ਹੈ। ਤੇ ਕਰੋੜਾਂ ਜਨਮਾਂ ਦੇ ਉਸ ਦੇ ਫਾਹੇ ਕੱਟੇ ਜਾਂਦੇ ਹਨ, ਕਿਉਂਕਿ ਸਾਨੂੰ ਫਾਹੇ ਪਏ ਹੋਏ ਆ ਕਰੋੜਾਂ ਜਨਮਾਂ ਦੇ। ਕੋਈ ਇੱਕ ਜਨਮ ਦਾ ਹੀ ਬੰਧਨ ਨਹੀਂ ਹੈ, ਕਰੋੜਾਂ ਜਨਮਾਂ ਦੇ ਬੰਧਨਾਂ ਦੇ ਵਿੱਚ ਪਏ ਹੋਏ ਹਾਂ, ਬੱਝੇ ਹੋਏ ਹਾਂ, ਫਾਹੇ ਪਏ ਹੋਏ ਹਨ ਗਲ ਵਿੱਚ, ਵਕਾਰਾਂ ਦੇ, ਔਗਣਾਂ ਦੇ, ਪਾਪਾਂ ਦੇ, ਕੁਰੀਤੀਆਂ ਦੇ। ਤੇ ਪੂਰੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਦੇ ਨਾਲ ਕਰੋੜਾਂ ਜਨਮਾਂ ਦੇ ਫਾਹੇ ਕੱਟੇ ਜਾਂਦੇ ਹਨ। ਜਿਹੜੇ ਜੀ ਪੂਰੇ ਗੁਰੂ ਦੀ ਸ਼ਰਨ ਵਿੱਚ ਆਏ ਉਹਨਾਂ ਨੇ ਲਾਭ ਪ੍ਰਾਪਤ ਕਰ ਲਿਆ, ਸੱਚਾ ਧਨ ਲਾਹੇ। ਉਹਨਾਂ ਨੇ ਲਾਭ ਕਿਹੜਾ ਪ੍ਰਾਪਤ ਕੀਤਾ? ਸੱਚੇ ਧਨ ਦਾ। ਇਹ ਉਹਨਾਂ ਨੇ ਖੱਟ ਲੈਣਾ ਕੀਤੀ ਹੈ, ਉਹਨਾਂ ਨੂੰ ਨਾਮ ਰੂਪੀ ਧਨ ਪ੍ਰਾਪਤ ਹੋਇਆ। ਉਹਨਾਂ ਨੇ ਵਾਰ-ਵਾਰ ਪ੍ਰਭੂ ਦੇ ਨਾਮ ਨੂੰ ਜਪਿਆ ਤੇ ਨਾਮ ਨੂੰ ਜਪਣ ਰੂਪੀ ਇਹ ਸੱਚਾ ਧਨ ਜਿਹੜਾ ਹੈ, ਨਾਮ ਰੂਪੀ ਧਨ, ਇਹਦਾ ਲਾਹਾ, ਇਹਦਾ ਲਾਭ ਪਾਇਆ ਹੈ। ਇਹ ਭਾਈ ਇਹ ਨਾਮ ਦਾ ਭੰਡਾਰਾ ਐਸਾ ਹੈ, ਇਹਦੇ ਵਿੱਚ ਤੋਟ ਨਹੀਂ ਆਉਂਦੀ ਹੈ। ਇਹ ਅਖੁੱਟ ਭੰਡਾਰ ਹੈ, ਇਹ ਨਾਮ ਮੁੱਕਣ ਵਾਲਾ ਭੰਡਾਰਾ ਹੈ, ਨਾਮ ਦਾ ਭੰਡਾਰਾ। ਦੁਨੀਆ ਦਾ ਖਜ਼ਾਨਾ, ਦੁਨੀਆ ਦੀ ਦੌਲਤ ਤਾਂ ਘਟਦੀ ਹੈ, ਖਜ਼ਾਨੇ ਮੁੱਕ ਵੀ ਜਾਂਦੇ ਹਨ, ਪਰ ਜਿਹੜਾ ਨਾਮ ਰੂਪੀ ਖਜ਼ਾਨਾ ਹੈ ਇਹ ਵੰਡਿਆਂ ਤੇ ਖਾਧਿਆਂ ਖਰਚਿਆਂ ਵੱਧਦਾ ਹੈ। ਇਸ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਖਾਵਹਿ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। हे ਭਾਈ ਰਲ ਮਿਲ ਕਰਕੇ ਖਾਣਾ ਕਰੋ, ਖਰਚਣਾ ਕਰੋ, ਤੋਟ ਨਹੀਂ ਆਵੇਗੀ। ਇਹ ਨਾਮ ਰੂਪੀ ਖਜ਼ਾਨਾ ਵੱਧਦਾ ਹੀ ਜਾਵੇਗਾ, ਇਹ ਵਧਣ ਵਾਲਾ ਖਜ਼ਾਨਾ ਹੈ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਤੋਟ ਨਾ ਆਵੇ ਅਖੁੱਟ ਭੰਡਾਰ। ਇਹ ਨਾਮ ਰੂਪੀ ਭੰਡਾਰਾ ਕਦੀ ਮੁੱਕਣ ਵਾਲਾ ਨਹੀਂ ਹੈ, ਇਹ ਤਾਂ ਵਧਣ ਵਾਲਾ ਹੈ। ਗਰੀਬ ਨਵਾਜ ਕਹਿੰਦੇ ਭਗਤੀ ਕਰਨ ਵਾਲੇ ਭਗਤ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ, ਪ੍ਰਭੂ ਭਗਤੀ ਕੀਤੀ ਹੈ, ਜਿਨ੍ਹਾਂ ਨੂੰ ਇਹ ਨਾਮ ਰੂਪੀ ਧਨ ਪ੍ਰਾਪਤ ਹੋਇਆ, ਇਹ ਭੰਡਾਰਾ ਪ੍ਰਾਪਤ ਹੋਇਆ, ਉਹ ਵਾਹਿਗੁਰੂ ਦੇ ਦੁਆਰੇ ਦੇ ਉੱਤੇ ਸੋਭਾ ਪਾਉਂਦੇ। ਭਗਤ ਤੇਰਾ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ। ਜਿਹੜੇ ਪ੍ਰਭੂ ਦੀ ਕੀਰਤੀ ਗਾਉਂਦੇ, ਪ੍ਰਭੂ ਦੇ ਦਰ ਦੇ ਉੱਤੇ ਸੋਭਾ ਪਾਉਂਦੇ, ਪ੍ਰਭੂ ਦੀ ਭਗਤੀ ਕਰਨ ਵਾਲੇ। ਰਾਮ ਕਲੀ ਰਾਗ ਹੈ, ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲੜੀਵਾਰ ਕਥਾ ਦੁਆਰਾ, ਲੜੀਵਾਰ ਬਚਨਾਂ ਦੁਆਰਾ ਬਖਸ਼ਿਸ਼ ਕਰਦੇ ਹਨ। ਗਰੀਬ ਨਵਾਜ ਕਹਿੰਦੇ ਜੋ ਪ੍ਰਭੂ ਦਾ ਨਾਮ ਹੈ ਇਹੀ ਭਾਈ ਅਮੋਲਕ ਰਤਨ ਹੈ ਤੇ ਇਹੀ ਅਮੋਲਕ ਜਵੇਹਰ ਹੈ। ਇਹ ਜਵਾਹਰ ਆਦਿਕ ਵੀ ਪ੍ਰਭੂ ਦਾ ਨਾਮ ਹੀ ਹੈ।
ਇਹ ਦੁਨੀਆ ਦੇ ਰਤਨਾਂ ਨਾਲੋਂ, ਜਵਾਹਰਾਦਿਕਾਂ ਨਾਲੋਂ ਵੀ ਕੀਮਤੀ ਹੈ ਵਾਹਿਗੁਰੂ ਜੀ ਦਾ ਨਾਮ। ਜਿਸ ਥਾਂ ਦੇ ਉੱਤੇ ਨਾਮ ਜਪਿਆ ਗਿਆ ਨਾ, ਉਸ ਜਗ੍ਹਾ ਦੇ ਉੱਤੇ ਦੁਨੀਆ ਦੇ ਲੋਕ ਰਤਨ ਭੇਟਾ ਕਰਦੇ ਆ, ਉੱਥੇ ਜਵਾਹਰਾਦਿਕ ਭੇਟਾ ਕੀਤੇ ਜਾਂਦੇ, ਉੱਥੇ ਰੁਪਈਏ ਰੱਖ ਕੇ ਨਮਸਕਾਰਾਂ ਕੀਤੀਆਂ ਜਾਂਦੀਆਂ, ਉੱਥੇ ਸੋਨਾ ਤੇ ਚਾਂਦੀ ਭੇਟ ਕੀਤਾ ਜਾਂਦਾ ਹੈ। ਉਸ ਥਾਂ ਇੰਨੀ ਮਹਾਨ ਕਿਉਂ ਬਣ ਗਈ, ਪੂਜਣ ਵਾਲੀ ਕਿਉਂ ਬਣ ਗਈ? ਕਿਉਂਕਿ ਉੱਥੇ ਨਾਮ ਜਪਿਆ ਗਿਆ। ਨਾਮ ਤੋਂ ਦੁਨੀਆ ਦੀ ਸਾਰੀ ਦੌਲਤ ਕੁਰਬਾਨ ਕੀਤੀ ਜਾਂਦੀ ਹੈ। ਨਾਮ ਇੰਨਾ ਬੇਕੀਮਤੀ ਹੈ। ਤਾਂ ਇੱਥੇ ਮਹਾਰਾਜ ਸਾਹਿਬ ਜੀ ਕਹਿੰਦੇ ਰਤਨ ਜਵੇ ਹਰ ਨਾਮ, ਕਿਉਂਕਿ ਰਹਾਉ ਦੀਆਂ ਪੰਕਤੀਆਂ ਹਨ, ਮੇਰੇ RAM ਕੋ ਭੰਡਾਰ। ਜਿਹੜਾ ਮੇਰੇ ਪ੍ਰਭੂ ਦਾ ਸਰਬ ਵਿਆਪਕ RAM ਦਾ ਭੰਡਾਰਾ ਹੈ, ਉਸ ਭੰਡਾਰੇ ਦੇ ਵਿੱਚ ਨਾਮ ਹੀ ਰਤਨ ਹੈ। ਜਿਹੜਾ ਖਜ਼ਾਨਾ ਹੈ ਨਾ ਵਾਹਿਗੁਰੂ ਜੀ ਦਾ ਖਜ਼ਾਨਾ, ਤੇ ਖਜ਼ਾਨੇ ਦੇ ਵਿੱਚ ਨਾਮ ਰੂਪੀ ਹੀ ਰਤਨ ਹੈ, ਤੇ ਨਾਮ ਰੂਪੀ ਹੀ ਜਵੇਹਰ ਹੈ, ਜਵਾਹਰਾਦਿਕ ਹੈ। ਤੋ ਰਤਨ ਕਿਹੜਾ ਹੈ? ਵੈਰਾਗ ਰੂਪੀ ਰਤਨ ਹੈ। ਤੇ ਜਵੇਹਰ ਕਿਹੜਾ ਹੈ? ਗਿਆਨ ਰੂਪੀ ਜਵੇਹਰ ਹੈ। ਇਹ ਮੇਰੇ ਪਰਮੇਸ਼ਰ ਵਾਹਿਗੁਰੂ ਜੀ ਦੇ ਖਜ਼ਾਨੇ ਦੇ ਵਿੱਚ ਨਾਮ ਦੀ ਬਰਕਤ ਦੇ ਨਾਲ ਹੀ ਵੈਰਾਗ ਰੂਪੀ ਰਤਨ ਪ੍ਰਾਪਤ ਹੁੰਦਾ ਜਗਿਆਸੀਆਂ ਨੂੰ, ਤੇ ਨਾਮ ਜਪਣ ਦੇ ਨਾਲ ਹੀ ਜਵਾਹਰ ਗਿਆਨ ਪ੍ਰਾਪਤ ਹੁੰਦਾ ਹੈ। ਇਸ ਕਰਕੇ ਨਾਮ ਹੀ ਰਤਨ ਤੇ ਜਵਾਹਰ ਦੇਣ ਵਾਲਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਖਜ਼ਾਨੇ ਵਿੱਚ ਸਤ ਤੇ ਸੰਤੋਖ ਤੇ ਗਿਆਨ, ਇਹ ਭਾਈ ਖਜ਼ਾਨਾ ਭਰਿਆ ਪਿਆ ਹੈ। ਇਹ ਭੰਡਾਰੇ ਦੇ ਵਿੱਚ ਸਤ ਹੈ, ਇਹਦੇ 'ਚ ਸੰਤੋਖ ਹੈ, ਇਹਦੇ ਵਿੱਚ ਗਿਆਨ ਹੈ। ਸੋ ਇਹ ਦਾਤ ਪ੍ਰਾਪਤ ਹੁੰਦੀ ਹੈ ਨਾਮ ਨੂੰ ਜਪ ਕਰਕੇ। ਜੋ ਜੀਵ ਨਾਮ ਜਪਦਾ ਹੈ ਉਹਨੂੰ ਸਤ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਸੰਤੋਖੀ ਹੁੰਦਾ ਹੈ, ਉਹ ਗਿਆਨਵਾਨ ਹੁੰਦਾ ਹੈ, ਉਹ ਸਤ ਪ੍ਰਤੱਗੀ ਹੁੰਦਾ ਹੈ, ਉਹਦਾ ਜੀਵਨ ਸਚਿਆਰ ਬਣ ਜਾਂਦਾ ਹੈ। ਉਹ ਸੱਚ ਬੋਲਦਾ ਹੈ, ਸੱਚ ਤੇ ਪਹਿਰਾ ਦਿੰਦਾ ਹੈ, ਕਿਉਂਕਿ ਸਤ ਸੰਗੀ ਜੋ ਹੋ ਗਿਆ। ਤੇ ਸਤ ਸੰਗੀ ਦਾ ਹਰੇਕ ਕਰਮ ਸਤ ਨਾਲ ਜੁੜ ਜਾਂਦਾ ਹੈ। ਵੇਖਣਾ, ਸੁਣਨਾ, ਬੋਲਣਾ, ਚੱਲਣਾ, ਕਰਨਾ ਸਭ ਕੁਝ ਸਤ ਕਰਦਾ ਹੈ ਉਹ ਫਿਰ, ਕਿਉਂਕਿ ਉਹ ਆਦਿ ਸੱਚ ਨਾਲ ਜੁੜ ਗਿਆ ਨਾ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਜਪਦਾ ਹੈ ਸੱਚ ਨੂੰ, ਜਿਹੜਾ ਸੰਗਤ ਕਰਦਾ ਹੈ ਸੱਚ ਦੀ, ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਫਿਰ ਉਹ ਸਤ ਪ੍ਰਤੱਗੀ ਹੋ ਜਾਂਦਾ ਹੈ, ਤੇ ਉਹਨੂੰ ਦਾਤ ਮਿਲਦੀ ਹੈ ਫਿਰ ਸੰਤੋਖ ਦੀ। ਜਥਾ ਲਾਭ ਤਥਾ ਸੰਤੁਸ਼ਟੀ, ਜਿਸ ਤਰ੍ਹਾਂ ਦਾ ਲਾਭ ਹੈ ਉਹਦੇ ਵਿੱਚ ਹੀ ਸੰਤੁਸ਼ਟ ਰਹਿਣਾ। ਜੋ ਵਾਹਿਗੁਰੂ ਦੇ ਹੁਕਮ ਦੇ ਨਾਲ ਮਿਲਿਆ ਹੈ, ਜਿੰਨਾ ਪਦਾਰਥ ਮਿਲਿਆ ਹੈ ਖਾਣ ਵਾਸਤੇ, ਪੀਣ ਵਾਸਤੇ, ਪਹਿਨਣ ਵਾਸਤੇ, ਜੋ ਸੰਸਾਰ ਦੇ ਵਿੱਚ ਪ੍ਰਾਪਤੀ ਹੋਈ ਹੈ ਉਹਦੇ ਵਿੱਚ ਹੀ ਉਹ ਸੰਤੁਸ਼ਟ ਰਹਿੰਦਾ ਹੈ, ਪ੍ਰਸੰਨ ਰਹਿੰਦਾ ਹੈ, ਵਾਹਿਗੁਰੂ ਦੇ ਹੁਕਮ ਵਿੱਚ ਰਹਿੰਦਾ ਹੈ। ਜਿਸ ਨੂੰ ਇਹ ਨਾਮ ਦੀ ਦਾਤ ਮਿਲਦੀ ਹੈ ਉਹ ਫਿਰ ਸੰਤੋਖੀ ਹੁੰਦਾ ਹੈ, ਕਿਉਂਕਿ ਸੰਤੋਖ ਤੋਂ ਬਿਨਾਂ ਕੋਈ ਰੱਜ ਨਹੀਂ ਸਕਦਾ। ਸੰਤੋਖ ਇੱਕ ਐਸੀ ਦੌਲਤ ਹੈ ਕਿ ਜਿਹੜੀ ਮਨੁੱਖ ਨੂੰ ਰਜਾਉਣ ਵਾਲੀ ਹੈ, ਤ੍ਰਿਪਤੀ ਦੇਣ ਵਾਲੀ ਹੈ। ਇਹ ਗੁਰੂ ਸਾਹਿਬ ਜੀ ਦੇ ਦਰ ਤੋਂ ਇਹ ਖਜ਼ਾਨਾ ਮਿਲਦਾ ਹੈ ਸ਼ੁਭ ਗੁਣਾਂ ਦਾ। ਤਾਂ ਗਰੀਬ ਨਵਾਜ਼ ਸਾਹਿਬ ਜੀ ਨੇ ਜਿਵੇਂ ਜਪਜੀ ਸਾਹਿਬ 'ਚ ਵੀ ਫਰਮਾਇਆ ਕਿ ਨਾਮ ਨੂੰ ਸੁਣਨ ਦੇ ਨਾਲ, ਬਾਣੀ ਨੂੰ ਸੁਣਨ ਦੇ ਨਾਲ ਜੀਵ ਨੂੰ ਸਤ ਮਿਲਦਾ ਹੈ, ਸੰਤੋਖ ਮਿਲਦਾ ਹੈ ਤੇ ਗਿਆਨ ਮਿਲਦਾ ਹੈ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸਨਾਨ। ਇਹ ਦਾਤ ਮਿਲਦੀ ਹੈ ਨਾਮ ਦੇ ਵਿੱਚੋਂ। ਨਾਮ ਹੀ ਇਹ ਸਭ ਕੁਝ ਦੇਣ ਵਾਲਾ ਹੈ। ਮਹਾਰਾਜ ਕਹਿੰਦੇ ਭਾਈ ਸੰਤੋਖੀ ਬਣ ਜਾਂਦਾ ਹੈ ਉਹ ਜੀ। ਤੇ ਸੰਤੋਖ ਨਾ ਮਿਲੇ ਤੇ ਰੱਜ ਨਹੀਂ ਆਉਂਦਾ। ਬਿਨਾ ਸੰਤੋਖ ਨਹੀਂ ਕੋਊ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਤੇ ਗਿਆਨ ਪ੍ਰਾਪਤ ਹੁੰਦਾ ਹੈ। ਜਿਹੜਾ ਵਾਹਿਗੁਰੂ ਜੀ ਦਾ ਭੰਡਾਰਾ ਹੈ ਨਾ, ਪ੍ਰਭੂ ਦਾ ਖਜ਼ਾਨਾ ਹੈ,
ਉਹਦੇ ਵਿੱਚ ਸੁੱਖ ਵੀ ਹੈ, ਲੋਕ ਦਾ ਵੀ ਸੁੱਖ ਤੇ ਪ੍ਰਲੋਕ ਦਾ ਵੀ ਸੁੱਖ, ਤੇ ਸਹਿਜ ਵੀ ਹੈ, ਸਹਿਜ ਅਵਸਥਾ ਵੀ ਪ੍ਰਾਪਤ ਹੁੰਦੀ ਹੈ। ਦਇਆ ਕਾ ਪੋਤਾ, ਪੋਤਾ ਨਾਮ ਖਜ਼ਾਨੇ ਦਾ ਹੈ, ਦਇਆ ਦਾ ਖਜ਼ਾਨਾ ਜਿਹੜਾ ਹੈ ਉਹ ਵੀ ਪ੍ਰਾਪਤ ਹੋ ਜਾਂਦਾ ਹੈ, ਦਇਆ ਵੀ ਮਿਲਦੀ ਹੈ। ਇਹ ਪ੍ਰਭੂ ਦੇ ਭੰਡਾਰੇ ਵਿੱਚੋਂ ਨਾਮ ਜਪਣ ਦੇ ਨਾਲ ਜੀਵ ਦੇ ਹਿਰਦੇ ਵਿੱਚ ਦਇਆ ਆਉਂਦੀ ਹੈ। ਕਿਸੇ ਦੁਖੀ ਨੂੰ ਵੇਖ ਕਰਕੇ ਉਹਦੇ ਤੇ ਤਰਸ ਕਰਦਾ ਹੈ, ਭੁੱਖੇ ਨੂੰ ਪ੍ਰਸ਼ਾਦਾ ਛਕਾਉਂਦਾ ਹੈ, ਪਿਆਸੇ ਨੂੰ ਜਲ ਛਕਾਉਂਦਾ ਹੈ, ਦੁਖੀ ਦੀ ਮਦਦ ਕਰਦਾ ਹੈ। ਜਗਤ ਗੁਰੂ ਜੀ ਦੇ ਪਾਸੋਂ ਇੱਕ ਵਾਰੀ ਸੰਗਤ ਨੇ ਪੁੱਛਿਆ ਸੀ ਕਿ ਮਹਾਰਾਜ ਗੁਰਮੁਖ ਦੇ ਕੀ ਲੱਛਣ ਆ ਤੇ ਮਨਮੁਖ ਦੇ ਕੀ ਲੱਛਣ, ਆਪ ਕਿਰਪਾ ਕਰਕੇ ਦੱਸੋ। ਗਰੀਬ ਨਵਾਜ ਸਾਹਿਬ ਨੇ ਕਿਹਾ ਵੀ ਲੱਛਣ ਤਾਂ ਬਹੁਤ ਵਾ ਗੁਰਮੁਖਾਂ ਦੇ ਵੀ ਤੇ ਮਨਮੁਖਾਂ ਦੇ ਵੀ ਲੱਛਣ ਬੇਅੰਤ ਆ। ਨਹੀਂ ਮਹਾਰਾਜ ਕੋਈ ਤਾਂ ਦੱਸੋ। ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇਹ ਬਚਨ ਆਉਂਦਾ, ਮਹਾਰਾਜ ਕਹਿੰਦੇ ਗੁਰਮੁਖ ਦੇ ਲੱਛਣ ਇਹ ਆ, ਜਿਹੜਾ ਗੁਰੂ ਕੀ ਸਿੱਖਿਆ ਤੇ ਚੱਲਦਾ ਹੈ, ਨਾਮ ਜਪਦਾ ਹੈ, ਸੇਵਾ ਸਿਮਰਨ ਕਰਦਾ ਹੈ, ਉਹਦੇ ਵਿੱਚ ਕੁਝ ਇਹ ਗੁਣ ਪੈਦਾ ਹੁੰਦੇ ਆ ਵੀ ਉਹ ਸੁਖੀ ਨੂੰ ਵੇਖ ਕਰਕੇ ਖੁਸ਼ ਹੁੰਦਾ ਹੈ ਤੇ ਦੁਖੀ ਨੂੰ ਵੇਖ ਕਰਕੇ ਦੁਖੀ ਹੁੰਦਾ ਹੈ। ਇਹ ਗੁਰਮੁਖ ਦੇ ਲੱਛਣ। ਸੁਖੀ ਨੂੰ ਵੇਖ ਕਰਕੇ ਖੁਸ਼ ਹੁੰਦਾ ਹੈ ਤੇ ਦੁਖੀ ਨੂੰ ਵੇਖ ਕਰਕੇ ਉਹ ਦੁਖੀ ਹੋ ਜਾਂਦਾ ਹੈ। ਭਾਵ ਉਹਦੇ ਮਨ ਵਿੱਚ ਦਰਦ ਪੈਦਾ ਹੁੰਦਾ, ਉਹਦੇ ਅੰਦਰ ਤਰਸ ਪੈਦਾ ਹੁੰਦਾ ਦੁਖੀ ਨੂੰ ਵੇਖ ਕਰਕੇ, ਕਿਉਂਕਿ ਉਹ ਧਰਮੀ ਕਾਹਦਾ, ਦੁਖੀ ਨੂੰ ਵੇਖ ਕਰਕੇ ਜਿਹਦੇ ਅੰਦਰ ਦਇਆ ਨਾ ਪੈਦਾ ਹੋਵੇ। ਦਇਆ ਧਰਮ ਨੂੰ ਪੈਦਾ ਕਰਨ ਵਾਲੀ ਹੈ, ਧਰਮ ਦੀ ਮਾਂ ਆਖਿਆ ਦਇਆ ਨੂੰ। ਜਪਜੀ ਸਾਹਿਬ ਜੀ ਮਹਾਰਾਜ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ। ਗਰੀਬ ਨਵਾਜ ਕਹਿੰਦੇ ਗੁਰਮੁਖ ਦੁਖੀ ਨੂੰ ਵੇਖ ਕਰਕੇ ਉਹਦੇ ਹਿਰਦੇ ਅੰਦਰ ਦਇਆ ਪੈਦਾ ਹੁੰਦੀ ਹੈ, ਤੇ ਜੇ ਉਹਦੇ ਸਾਹਮਣੇ ਕੋਈ ਸੁਖੀ ਹੈ ਨਾ ਤੇ ਸੁਖੀ ਨੂੰ ਵੇਖ ਕਰਕੇ ਉਹਦਾ ਚਿੱਤ ਪ੍ਰਸੰਨ ਹੁੰਦਾ ਹੈ। ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਕਿ ਹੇ ਵਾਹਿਗੁਰੂ ਇਹ ਸੁੱਖ ਤੁਸੀਂ ਦਿੱਤਾ ਹੈ, ਈਰਖਾ ਨਹੀਂ ਕਰਦਾ। ਤੇ ਮਹਾਰਾਜ ਮਨਮੁਖ ਦਾ ਕੀ ਲੱਛਣ ਹੈ, ਕਹਿੰਦੇ ਇਹਦੇ ਤੋਂ ਉਲਟ ਲਾ ਲਓ, ਮਨਮੁਖ ਦਾ ਲੱਛਣ ਹੈ। ਉਹ ਸੁਖੀ ਨੂੰ ਵੇਖ ਕੇ ਦੁਖੀ ਹੋਈ ਜਾਂਦਾ ਹੈ ਤੇ ਦੁਖੀ ਨੂੰ ਵੇਖ ਕਰਕੇ ਖੁਸ਼ ਹੁੰਦਾ ਹੈ। ਇਹ ਮਨਮੁਖ ਦਾ ਲੱਛਣ ਹੈ ਕਿ ਸੁਖੀ ਨੂੰ ਵੇਖ ਕਰਕੇ ਉਹਦਾ ਚਿੱਤ ਦੁਖੀ ਹੋ ਜਾਂਦਾ ਹੈ ਵੀ ਇਹ ਮੈਂ ਤਾਂ ਸੁਖੀ ਭਾਵੇਂ ਨਹੀਂ, ਪਰ ਇਹ ਕਿਉਂ ਸੁਖੀ ਹੋ ਗਿਆ, ਇਹ ਗੁਆਂਢੀ ਕਿਉਂ ਸੁਖੀ ਹੋ ਗਿਆ, ਇਹ ਨਹੀਂ ਸੀ ਸੁਖੀ ਹੋਣਾ ਚਾਹੀਦਾ। ਤੇ ਦੁਖੀ ਨੂੰ ਵੇਖ ਕਰਕੇ ਮਨਮੁਖ ਦਾ ਚਿੱਤ ਖੁਸ਼ ਹੁੰਦਾ ਹੈ, ਕਹਿੰਦਾ ਕਿ ਹੁਣ ਕਾਬੂ ਆਇਆ ਹੈ ਦੁੱਖ ਦੇ, ਹੁਣ ਪਤਾ ਲੱਗਾ ਹੈ। ਸਤਿਗੁਰੂ ਕਹਿੰਦੇ ਮਨਮੁਖ ਦਾ ਲੱਛਣ ਹੈ। ਪਰ ਗੁਰੂ ਦਾ ਸਿਧਾਂਤ ਕੀ ਹੈ, ਗੁਰੂ ਕੀ ਸਿੱਖਿਆ ਕੀ ਹੈ? ਆਪਾਂ ਅਰਦਾਸ ਤੋਂ ਉਪਰੰਤ ਜਦੋਂ ਨਮਸਕਾਰ ਕਰਦੇ ਹਾਂ ਤੇ ਉਦੋਂ ਇਹ ਬਚਨ ਪੜ੍ਹਦੇ ਹਾਂ। ਇਹ ਗੁਰੂ ਕੀ ਬਾਣੀ ਦਾ ਸਿਧਾਂਤ ਹੈ। ਪੰਕਤੀਆਂ ਭਾਵੇਂ ਬਾਣੀ ਦੀਆਂ ਨਹੀਂ, ਪਰ ਸਾਡੇ ਇਹ ਗੁਰੂ ਕੇ ਪੰਥ ਨੇ ਇਹ ਅੱਖਰ ਪਾਏ ਅਰਦਾਸ ਦੀ ਸਮਾਪਤੀ ਤੇ। ਇਹ ਸਿਧਾਂਤ ਗੁਰੂ ਕੀ ਬਾਣੀ ਦਾ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਂਝ ਕਹਿਣਾ ਬੜਾ ਸੌਖਾ ਹੈ ਮੁੱਖ ਤੋਂ, ਕਿਹੜਾ ਜ਼ੋਰ ਲੱਗਦਾ ਕਹਿਣ ਲੱਗਿਆ, ਪਰ ਕਰਨ ਲੱਗਿਆਂ ਜ਼ੋਰ ਲੱਗਦਾ ਹੈ। ਇਸ ਗੱਲ ਨੂੰ ਇਹਦੇ ਤੇ ਪਹਿਰਾ ਦੇਣਾ, ਸਰਬੱਤ ਦਾ ਭਲਾ ਮੰਗਣਾ ਵੀ ਤੇ ਸਰਬੱਤ ਦਾ ਭਲਾ ਕਰਨਾ ਵੀ। ਭਲਾ ਤੇ ਭਰਾ ਦਾ ਕਰਨਾ ਹੀ ਬੜਾ ਔਖਾ ਹੈ, ਭਲਾ ਤੇ ਆਪਣੇ ਪਰਿਵਾਰ ਦਾ ਕਰਨਾ ਹੀ ਬੜਾ ਔਖਾ ਹੈ, ਮੰਗਣਾ ਵੀ ਬੜਾ ਔਖਾ ਹੈ। ਜੇ ਕੋਈ ਹਿਰਦਿਓਂ ਮੰਗੇ ਭਲਾ, ਆਪਣੇ ਗਵਾਂਢੀਆਂ ਦਾ ਮੰਗਣਾ, ਆਪਣੇ ਪਿੰਡ ਦਾ ਮੰਗਣਾ, ਆਪਣੇ ਇਲਾਕੇ ਦਾ ਮੰਗਣਾ, ਤੇ ਸਰਬੱਤ ਦਾ ਤੇ ਬੜਾ ਵੱਡੇ ਹੈ ਨਾ ਦਾਇਰਾ। ਮਹਾਰਾਜ ਨੇ ਆਖਿਆ ਸਰਬੱਤ ਦਾ ਭਲਾ, ਪਰ ਕੌਣ ਮੰਗੇਗਾ? ਇਹਦੇ ਵਿੱਚ ਵੀ ਤਿੰਨ ਗੱਲਾਂ ਰੱਖੀਆਂ ਮਹਾਰਾਜ ਸਾਹਿਬ ਜੀ ਨੇ, ਗੁਰੂ ਕੇ ਪੰਥ ਨੇ ਇਹ ਤਿੰਨ ਗੱਲਾਂ ਰੱਖੀਆਂ। ਪਹਿਲਾ ਆਖਿਆ ਨਾਮ, ਜਿਹੜਾ ਨਾਮ ਜਪੇਗਾ ਉਹ ਸਰਬੱਤ ਦਾ ਭਲਾ ਮੰਗ ਸਕਦਾ ਹੈ। ਜਿਹਦੇ ਅੰਦਰ ਨਾਮ ਨਹੀਂ ਉਹ ਨਹੀਂ ਭਲਾ ਮੰਗ ਸਕਦਾ। ਨਾਨਕ ਨਾਮ, ਜਿਹੜਾ ਨਾਮ ਜਪੇਗਾ ਫਿਰ ਚੜ੍ਹਦੀ ਕਲਾ, ਫਿਰ ਉਹਦੀ ਚੜ੍ਹਦੀ ਕਲਾ ਹੋਵੇਗੀ।
तेरे भाणे, फिर वो तेरे भाणे विच रहेगा भी हे वाहिगुरू जो तेरा भाणा है, भावें भुखा रखें भावें रजा के रखें, जो तेरा भाणा उहदे विच रहना, उस भाणे विच तुरेगा। जिहड़ा फिर भाणे नूं मन्नेगा ते वो फिर सरबत दा भला मंगेगा। तां महाराज साहब जी कहंदे भाई जिहड़ा वाहिगुरू दा खजाना है ना, ਉਹਦੇ ਵਿੱਚੋਂ ਸੁੱਖ ਮਿਲਦਾ ਹੈ, ਸਹਿਜ ਗਿਆਨ ਮਿਲਦਾ ਹੈ, ਸਹਿਜ ਅਵਸਥਾ ਮਿਲਦੀ ਹੈ, ਦਇਆ ਕਾ ਪੋਤਾ ਤੇ ਦਇਆ ਦਾ ਖਜ਼ਾਨਾ ਮਿਲਦਾ ਹੈ। ਭਾਵ ਹਿਰਦੇ ਵਿੱਚ ਦਇਆ ਆ ਜਾਂਦੀ ਹੈ। ਇਹ ਪ੍ਰਭੂ ਦਾ ਖਜ਼ਾਨਾ ਪ੍ਰਭੂ ਜੀ ਆਪਣੇ ਭਗਤਾਂ ਨੂੰ ਦਿੰਦੇ ਆ। ਹਰੀ ਜੀ ਦੇ ਜਿਹੜੇ ਭਗਤ ਹਨ ਉਹਨਾਂ ਭਗਤਾਂ ਦੇ ਹਵਾਲੇ ਹੋਤਾ, ਉਹਨਾਂ ਦੇ ਹਵਾਲੇ ਕਰ ਦਿੰਦੇ ਇਹ ਖਜ਼ਾਨਾ। ਰਤਨ ਜਿਵੇਂ ਹਰਨਾਮ, ਸਤ ਸੰਤੋਖ ਗਿਆਨ, ਸੂਖ ਸਹਿਜ ਦਇਆ ਕਾ ਪੋਤਾ, ਹਰ ਭਗਤਾ ਹਵਾਲੇ ਹੋਤਾ। ਇਹ ਹਰੀ ਦੇ ਭਗਤੀ ਕਰਨ ਵਾਲੇ ਭਗਤਾਂ ਦੇ ਹਵਾਲੇ ਹੁੰਦਾ ਹੈ ਖਜ਼ਾਨਾ। ਜਿੰਨੇ ਲੈਣਾ ਹੈ ਉਹਨਾਂ ਨੂੰ ਫਿਰ ਵਾਹਿਗੁਰੂ ਦੇ ਪਿਆਰੇ ਭਗਤਾਂ ਦੀ ਸੰਗਤ ਕਰਨੀ ਪੈਂਦੀ ਹੈ, ਗੁਰਮੁਖਾਂ ਦੀ ਸੰਗਤ ਕਰਨੀ ਪੈਂਦੀ ਹੈ, ਗੁਰੂ ਕੇ ਸਿੱਖਾਂ ਦੀ ਸੰਗਤ ਕਰਨੀ ਪੈਂਦੀ ਹੈ। ਤਾਂ ਹੀ ਗੁਰਬਾਣੀ ਚ ਆਖਿਆ ਗੁਰ ਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀਗਤ ਪਾਹੇ। ਇਹ ਹਰੀ ਦੇ ਭਗਤਾਂ ਦੇ ਪਾਸ ਹੁੰਦਾ ਹੈ ਖਜ਼ਾਨਾ। ਮੇਰੇ ਰਾਮ ਕੋ ਭੰਡਾਰ, ਗਰੀਬ ਨਵਾਜ ਕਹਿੰਦੇ ਮੇਰੇ ਰਾਮ ਕੋ ਭੰਡਾਰ। ਇਹ ਮੇਰੇ ਰਾਮ ਦਾ ਭੰਡਾਰਾ ਹੈ ਭਾਈ, ਇਹ ਮੇਰੇ ਪਰਮੇਸ਼ਰ ਵਾਹਿਗੁਰੂ ਜੀ ਦਾ ਭੰਡਾਰਾ ਹੈ, ਜਿਹੜਾ ਰਾਮ ਸਾਰਿਆਂ ਥਾਵਾਂ ਤੇ ਰਮਿਆ ਹੋਇਆ ਹੈ। ਜਿਸ ਰਾਮ ਨੂੰ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਜਿਹੜਾ ਰਾਮ ਘਟ ਘਟ ਵਿੱਚ ਸਮਾਇਆ ਹੋਇਆ, ਇਸ ਉਸ ਮੇਰੇ ਰਾਮ ਦੇ ਕੋਲੇ ਇਹ ਭੰਡਾਰਾ ਹੈ। ਇਹ ਮੇਰੇ ਰਾਮ ਦਾ ਭੰਡਾਰਾ ਹੈ, ਜਿਸ ਨੂੰ ਖਾਧਿਆਂ ਖਰਚਿਆਂ ਕਛ ਤੋਟ ਨਾ ਆਵੇ। ਕੁਝ ਵੀ ਇਹਦੇ 'ਚ ਘਾਟਾ ਨਹੀਂ ਆਉਂਦਾ, ਇਹ ਮੁੱਕਦਾ ਨਹੀਂ ਹੈ, ਇਹ ਘਟਦਾ ਨਹੀਂ ਹੈ, ਸਗੋਂ ਵੱਧਦਾ ਜਾਂਦਾ ਹੈ। ਦੁਨੀਆ ਦੀ ਦੌਲਤ ਵਰਤਨ ਦੇ ਨਾਲ ਘਟਦੀ ਹੈ, ਪਰ ਪ੍ਰਭੂ ਦਾ ਨਾਮ ਰੂਪੀ ਖਜ਼ਾਨਾ ਵਰਤਨ ਦੇ ਨਾਲ ਖਾਦਿਆਂ ਤੇ ਖਰਚਦਿਆਂ ਇਹ ਵੱਧਦਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਆਖਿਆ ਗੁਰਮੁਖੋ ਇਸ ਖਜ਼ਾਨੇ ਨੂੰ ਵਰਤੋ ਜਿੰਨਾ ਵਰਤਿਆ ਜਾਂਦਾ, ਇਸ ਭੰਡਾਰੇ ਨੂੰ ਖਾਓ ਜਿੰਨਾ ਖਾਧਾ ਜਾਂਦਾ, ਇਸ ਭੰਡਾਰੇ ਨੂੰ ਪਚਾਓ ਜਿੰਨਾ ਪਚਾਇਆ ਜਾਂਦਾ, ਇਸ ਨਾਮ ਦੇ ਭੰਡਾਰੇ ਨੂੰ ਵੰਡੋ ਜਿੰਨਾ ਵੰਡਿਆ ਜਾਂਦਾ ਹੈ, ਜਪੋ ਜਿੰਨਾ ਜਪਿਆ ਜਾਂਦਾ ਹੈ, ਜਪਾਓ ਜਿੰਨਾ ਜਪਾਇਆ ਜਾਂਦਾ ਹੈ। ਕਿਉਂਕਿ ਇਹ ਮੁੱਕਣ ਵਾਲਾ ਨਹੀਂ, ਇਹ ਵਧਣ ਵਾਲਾ ਹੈ। ਦਿਨ ਦਿਨ ਚੜ੍ਹੈ ਸਵਾਇਆ, ਇਹ ਦਿਨ ਪ੍ਰਤੀ ਦਿਨ ਵੱਧਦਾ ਹੀ ਜਾਵੇਗਾ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਇਹ ਅਖੁੱਟ ਖਜ਼ਾਨਾ ਹੈ, ਇਹ ਅਮੁੱਕ ਖਜ਼ਾਨਾ ਹੈ, ਨਾ ਮੁੱਕਣ ਵਾਲਾ ਖਜ਼ਾਨਾ। ਇਹਦੇ ਵਿੱਚ ਕਦੀ ਘਾਟਾ ਆਉਂਦਾ ਹੀ ਨਹੀਂ ਹੈ। ਤੇ ਇਸ ਵਾਹਿਗੁਰੂ ਪਰਮੇਸ਼ਰ ਦੇ ਖਜ਼ਾਨੇ ਦਾ ਅੰਤ ਪਾਰਾਵਾਰ ਕੋਈ ਨਹੀਂ ਹੈ। ਹੁੰਦਾ ਹੈ ਨਾ ਵੀ ਕੋਈ ਉਰਾਰ ਪਾਰ ਦਾ ਕੋਈ ਅੰਤ, ਕੋਈ ਪਾਰਾਵਾਰ ਪਾਇਆ ਜਾ ਸਕੇ, ਵੀ ਕਿੰਨਾ ਕੁ ਵੱਡਾ ਭੰਡਾਰਾ ਹੈ। ਮਹਾਰਾਜ ਕਹਿੰਦੇ ਪ੍ਰਭੂ ਦਾ, ਇਹ ਮੇਰੇ ਰਾਮ ਦੇ ਭੰਡਾਰੇ ਦਾ ਖਜ਼ਾਨੇ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਜੁਗਾਂ ਤੋਂ ਜਪਦੇ ਆ ਰਹੇ ਆ ਭਗਤ, ਪਰ ਇਹ ਵੱਧਦਾ ਹੀ ਜਾ ਰਿਹਾ ਹੈ, ਇਹਦਾ ਅੰਤ ਨਹੀਂ ਆਉਂਦਾ ਹੈ। ਵਿਸਰਾਮ ਦੇ ਕਰਕੇ ਫਰਮਾਉਂਦੇ ਹਨ, ਕੀਰਤਨ ਨਿਰਮਲ ਹੀਰਾ। ਇਸੇ ਹੀ ਭੰਡਾਰੇ ਦੇ ਵਿੱਚ, ਵਾਹਿਗੁਰੂ ਜੀ ਦੇ ਭੰਡਾਰੇ ਦੇ ਵਿੱਚ ਕੀਰਤਨ ਨਿਰਮੋਲਕ ਹੀਰਾ ਹੈ। ਜੋ ਵਾਹਿਗੁਰੂ ਜੀ ਦਾ ਕੀਰਤਨ ਹੈ ਨਾ, ਕੀਰਤੀ ਕਰਨੀ ਹੈ, ਇਹ ਉਹ ਹੀਰਾ ਹੈ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਬਾਕੀ ਹੀਰਿਆਂ ਦਾ ਤੇ ਮੁੱਲ ਪੈ ਜਾਂਦਾ ਹੈ, ਪਰ ਵਾਹਿਗੁਰੂ ਪਰਮੇਸ਼ਰ ਦੇ ਕੀਰਤਨ ਰੂਪੀ ਹੀਰੇ ਦਾ ਕੋਈ ਮੁੱਲ ਨਹੀਂ ਪਾ ਸਕਦਾ। ਇਹ ਨਿਰਮੋਲਕ ਹੀਰਾ ਹੈ, ਇਹ ਬੇਕੀਮਤੀ ਹੀਰਾ ਹੈ, ਤੇ ਪਰਮੇਸ਼ਰ ਦੇ ਭੰਡਾਰੇ ਵਿੱਚ ਪਿਆ ਹੋਇਆ ਹੀਰਾ ਹੈ ਕੀਰਤਨ।
ਤੇ ਅੱਜ ਸਾਧ ਸੰਗਤ ਜੀ ਗੁਰੂ ਘਰ ਦੇ ਗੁਰਸਿੱਖਾਂ ਦੇ ਵਿੱਚੋਂ ਜੋ ਸਭ ਤੋਂ ਪਹਿਲੇ ਕੀਰਤਨੀਏ ਹਨ, ਧੰਨ ਧੰਨ ਭਾਈ ਮਰਦਾਨਾ ਸਾਹਿਬ ਜੀ, ਉਹਨਾਂ ਦੇ ਸੱਚਖੰਡ ਪਿਆਨੇ ਦਾ ਦਿਨ ਵੀ ਹੈ ਅੱਜ 13 ਮੱਘਰ ਹੈ। ਭਾਈ ਮਰਦਾਨਾ ਜੀ ਨੇ ਅੱਜ ਦੇ ਦਿਨ 13 ਮੱਘਰ ਵਾਲੇ ਦਿਨ ਅਕਾਲ ਚਲਾਣਾ ਕੀਤਾ। ਕੀਰਤਨ ਨਿਰਮੋਲਕ ਹੀਰਾ, ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹ ਹੀਰਾ, ਕੀਰਤਨ ਰੂਪੀ ਹੀਰਾ ਭਾਈ ਮਰਦਾਨਾ ਜੀ ਦੀ ਝੋਲੀ 'ਚ ਪਾਇਆ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ। ਹੈਫਜ਼ਾਬਾਦ ਵਾਲੀ ਜਨਮ ਸਾਖੀ ਦੇ ਵਿੱਚ ਬਚਨ ਆਉਂਦਾ ਹੈ, ਜਦੋਂ ਜਗਤ ਗੁਰੂ ਜੀ ਰਾਏ ਭੋਏ ਦੀ ਤਲਵੰਡੀ ਨੂੰ ਭਾਗ ਲਾ ਰਹੇ ਸਨ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਸ਼ਾਮ ਦਾ ਵੇਲਾ ਮਹਾਰਾਜ ਹਾਣੀਆਂ ਦੇ ਨਾਲ ਕੌਤਕ ਕਰ ਰਹੇ ਆ, ਖੇਲਾਂ ਖੇਲ ਰਹੇ। ਉੱਥੇ ਛੋਟੇ ਛੋਟੇ ਬੱਚੇ ਵੀ ਖੇਡਦੇ ਆ, ਵੱਡੇ ਵੀ ਖੇਡਦੇ ਹਨ, ਕਿਉਂਕਿ ਜਿੱਥੇ ਖੇਡਣ ਵਾਲੀ ਜਗ੍ਹਾ ਹੋਵੇ ਪਿੰਡ ਦੇ ਸਾਰੇ ਬੱਚੇ ਉੱਥੇ ਰਲ ਕੇ ਖੇਡਣ ਲੱਗ ਪੈਂਦੇ ਹਨ। ਹੁਣ ਵੀ ਪਿੰਡਾਂ ਦੇ ਵਿੱਚ ਖੇਡਾਂ ਖੇਡੀਆਂ ਜਾਂਦੀਆਂ ਹਨ, ਉੱਥੇ ਵੱਡੇ ਖੇਡਦੇ ਆ ਤੇ ਵੱਡਿਆਂ ਵੱਲੇ ਵੇਖ ਕੇ ਛੋਟੇ ਛੋਟੇ ਵੀ ਉੱਥੇ ਖੇਡਦੇ ਹਨ ਖੇਡਾਂ, ਨੌਜਵਾਨ ਵੀ ਖੇਡਦੇ ਹੁੰਦੇ ਆ। ਸ਼ਾਮ ਦਾ ਵੇਲਾ ਹੈ ਤੇ ਨਗਰ ਤੋਂ ਬਾਹਰ ਜਿੱਥੇ ਖੇਡਣ ਵਾਲੀ ਜਗ੍ਹਾ ਹੈ ਉੱਥੇ ਬੱਚੇ ਖੇਡ ਰਹੇ ਆ ਤੇ ਮਹਾਰਾਜ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵੀ ਉੱਥੇ ਹਾਣੀਆਂ ਦੇ ਨਾਲ ਖੇਡਾਂ ਖੇਡ ਰਹੇ ਆ, ਕੌਤਕ ਕਰ ਰਹੇ ਆ। ਇੱਕ ਮਾਈ ਆਈ ਹੈ ਤੇ ਉਹ ਆਪਣੇ ਪੁੱਤਰ ਨੂੰ ਆਵਾਜ਼ ਮਾਰਦੀ ਹੈ, ਕਹਿੰਦੀ ਹੈ, ਵੇ ਮਰ ਜਾਣਿਆ ਘਰ ਨੂੰ ਆ, ਵੇ ਮਰ ਜਾਣਿਆ ਘਰ ਨੂੰ ਆ। ਤੇ ਉਹ ਬੱਚਾ ਭੱਜਾ ਆ, ਆਪਣੀ ਮਾਤਾ ਦੇ ਪਾਸ ਆ ਗਿਆ। ਛੋਟੀ ਜੀ ਸਰੀਰ ਕਾਰਬਲਾ ਹੈ ਬਾਬਾ ਜੀ ਦੀ। ਮਹਾਰਾਜ ਵੀ ਉਸ ਮਾਂ ਦੇ ਕੋਲੇ ਆਏ, ਆ ਕੇ ਆਖਿਆ, ਮਾਤਾ ਤੂੰ ਆਪਣੇ ਪੁੱਤਰ ਨੂੰ ਵਾਰ-ਵਾਰ ਮਰ ਜਾਣਾ ਕਿਉਂ ਕਹਿੰਦੀ ਹੈ? ਉਂਝ ਸੁਭਾਵਿਕ ਹੀ ਮਾਈਆਂ ਦਾ ਸੁਭਾਅ ਹੁੰਦਾ ਹੈ, ਉਹ ਆਪਣੇ ਬੱਚਿਆਂ ਨੂੰ ਕਈ ਵਾਰੀ ਮਰ ਜਾਣਾ ਕਹਿ ਲੈਂਦੀਆਂ ਹਨ, ਪਰ ਉਹਦਾ ਭਾਵ ਇਹ ਨਹੀਂ ਵੀ ਉਹ ਆਪਣੇ ਬੱਚੇ ਨੂੰ ਮਾਰਨਾ ਚਾਹੁੰਦੀਆਂ, ਅੰਦਰ ਨਹੀਂ ਉਹਨਾਂ ਦਾ, ਪਰ ਸੁਭਾਵਿਕ ਹੀ ਮਰ ਜਾਣਾ ਕਹਿ ਲੈਂਦੀਆਂ ਹਨ। ਮਹਾਰਾਜ ਨੇ ਆਖਿਆ, ਮਾਤਾ ਤੂੰ ਆਪਣੇ ਪੁੱਤਰ ਨੂੰ ਮਰ ਜਾਣਾ ਕਿਉਂ ਕਹਿੰਦੀ ਹੈ? ਉਸ ਮਾਂ ਨੇ ਆਖਿਆ, ਕਾਕਾ ਮੇਰੇ ਇਹਦੇ ਤੋਂ ਪਹਿਲਾਂ ਕਈ ਪੁੱਤਰ ਜਿਹੜੇ ਹਨ ਇਸ ਉਮਰ ਵਿੱਚ ਮਰ ਚੁੱਕੇ ਆ, ਮੈਂ ਇਹਨੂੰ ਮਰ ਜਾਣਾ ਤਾਂ ਕਹਿੰਦੀ ਹਾਂ। ਗੁਰੂ ਸਾਹਿਬ ਨੇ ਆਖਿਆ, ਮਾਤਾ ਇਹਦੇ ਕੇਸ ਨਾ ਕਟਾਵੀਂ, ਸਾਬਤ ਸੂਰਤ ਰੱਖੀ, ਇਹ ਨਹੀਂ ਮਰੇਗਾ, ਅਸੀਂ ਇਹਨੂੰ ਮਰਦਾਨਾ ਬਣਾਵਾਂਗੇ। ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹ ਕਥਾ ਦੇ ਵਿੱਚ ਭਾਈ ਮਰਦਾਨਾ ਜੀ ਦਾ ਜੀਵਨ ਸੁਣਾਉਂਦਿਆਂ ਹੋਇਆਂ ਇਹ ਬਚਨ ਕਹਿੰਦੇ ਸੀ ਕਿ ਮਹਾਰਾਜ ਸਾਹਿਬ ਜੀ ਨੇ ਆਖਿਆ, ਇਹ ਨਹੀਂ ਮਰੇਗਾ, ਅਸੀਂ ਇਹਨੂੰ ਮਰਦਾਨਾ ਬਣਾਵਾਂਗੇ। ਮਰਦਾ ਨਾ, ਇਹ ਨਹੀਂ ਮਰੇਗਾ, ਮਰ ਜਾਣਾ ਨਾ ਆਖੀ ਇਸ ਨੂੰ। ਤੇ ਆਖਿਆ, ਜਿਸ ਉੱਤੇ ਗੁਰੂ ਸਾਹਿਬ ਜੀ ਦੀ ਵਿਸ਼ੇਸ਼ ਮਿਹਰ ਹੋਵੇ ਉਹਨੂੰ ਮਰਦਾਨਾ ਆਖੀਦਾ ਹੈ। ਜਿਹੜਾ ਮਰਦਾਂ ਬਹਾਦਰਾਂ ਵਿੱਚੋਂ ਬਹਾਦਰ, ਉਹਨਾਂ ਵਿੱਚੋਂ ਜਿਹੜਾ ਬਹਾਦਰ ਹੋਵੇ ਉਹਨੂੰ ਮਰਦਾਨਾ ਕਿਹਾ ਜਾਂਦਾ ਹੈ। ਜਾ ਕਉ ਮਿਹਰ ਮਿਹਰ ਮਿਹਰਵਾਨਾ, ਸੋਈ ਮਰਦ ਮਰਦ ਮਰਦਾਨਾ। ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਉੱਤੇ ਜਗਤ ਗੁਰੂ ਜੀ ਦੀ ਵਿਸ਼ੇਸ਼ ਮਿਹਰ ਹੋਈ, ਵਿਸ਼ੇਸ਼ ਕਿਰਪਾ ਹੋਈ। ਇਹ ਬਚਪਨ ਦੇ ਹੀ ਮਹਾਰਾਜ ਸਾਹਿਬ ਦੇ ਸਾਥੀ ਸਨ। ਸਮੇਂ ਦੇ ਨਾਲ ਸੁਲਤਾਨਪੁਰ ਸਾਹਿਬ ਮਹਾਰਾਜ ਆਏ, ਇੱਥੋਂ ਜਦੋਂ ਉਦਾਸੀਆਂ ਆਰੰਭ ਕੀਤੀਆਂ ਤੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ, ਇਹ ਦੋਵੇਂ ਮਹਾਰਾਜ ਸਾਹਿਬ ਜੀ ਦੇ ਸਾਥੀ ਗਰੀਬ ਨਵਾਜ ਸਾਹਿਬ ਜੀ ਦੇ। ਭਾਈ ਮਰਦਾਨਾ ਜੀ ਨੂੰ ਆਪਣੇ ਸੱਜੇ ਹੱਥ ਰੱਖਿਆ ਹੈ ਗਰੀਬ ਨਵਾਜ ਸਾਹਿਬ ਜੀ ਨੇ, ਔਰ ਇਸੇ ਹੀ ਇਲਾਕੇ ਚੋਂ ਭਰੋਆਣਾ ਨਗਰ ਹੈ,
ਉੱਥੋਂ ਰਬਾਬ ਲਿਆਂਦੀ ਹੈ ਭਾਈ ਫਰੰਦਾ ਜੀ ਦੇ ਪਾਸੋਂ। ਔਰ ਇੱਥੇ ਹੀ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਰਬਾਬ ਵਜਾਉਣੀ ਆਰੰਭ ਕੀਤੀ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਨੁਸਾਰ ਸੁਲਤਾਨਪੁਰ ਲੋਧੀ ਤੋਂ ਜਦੋਂ ਮਹਾਰਾਜ ਨੇ ਪਹਿਲੀ ਉਦਾਸੀ ਆਰੰਭ ਕੀਤੀ ਤੇ ਮਹਾਰਾਜ ਸਾਹਿਬ ਜੀ ਦੇ ਪਿਆਰੇ ਭਾਈ ਮਰਦਾਨਾ ਜੀ ਉਹ ਰਬਾਬ ਲੈ ਕੇ ਮਹਾਰਾਜ ਸਾਹਿਬ ਜੀ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਮਰਦਾਨਿਆ ਰਬਾਬ ਵਜਾ, ਤੇ ਸਤਿਗੁਰੂ ਆਪ ਬਾਣੀ ਉਚਾਰਨ ਕਰਦੇ, ਬਾਣੀ ਗਾਇਨ ਕਰਦੇ। ਭਾਈ ਬਾਲਾ ਜੀ ਮਹਾਰਾਜ ਤੇ ਚੌਰ ਕਰਿਆ ਕਰਦੇ। ਔਰ ਬਾਬਾ ਜੀ ਨੇ ਚੌਹਾਂ ਚੱਕਾਂ ਵਿੱਚ ਵਿਚਰ ਕੇ ਸੰਸਾਰ ਨੂੰ ਉਪਦੇਸ਼ ਦਿੱਤਾ। ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਤੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਮਹਾਰਾਜ ਦੇ ਨਾਲ ਰਹੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੰਸਾਰ ਨੂੰ ਤਾਰਿਆ ਤੇ ਅੱਜ ਵੀ ਤਾਰ ਰਹੇ ਹਨ। ਜਿੰਨੇ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਤਾਰਿਆ ਉਹਨਾਂ ਸਾਰਿਆਂ ਦੀ ਗਿਣਤੀ ਤਾਂ ਨਹੀਂ ਹੋ ਸਕਦੀ। ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਿਨਾਤ ਹੈ। ਕਹਿੰਦੇ ਕੋਈ ਆਕਾਸ਼ ਦੇ ਤਾਰੇ ਗਿਣ ਲਵੇ ਤੇ ਭਾਵੇਂ ਗਿਣ ਲਵੇ, ਪਰ ਜਿਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਤਾਰ ਦਿੱਤਾ ਉਹ ਗੁਰੂ ਨਾਨਕ ਸਾਹਿਬ ਦੇ ਤਾਰੇ ਨਹੀਂ ਗਿਣੇ ਜਾ ਸਕਦੇ। ਪਰ ਕਿਸੇ ਨੇ ਇੱਕ ਘੜੀ ਸੰਗਤ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ, ਕਿਸੇ ਨੇ ਇੱਕ ਦਿਨ ਸੰਗਤ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ। ਪਰ ਇਹ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਤੇ ਐਸੀ ਸ਼ਖਸੀਅਤ ਆ ਜਿਨ੍ਹਾਂ ਨੇ ਸਾਰੀ ਉਮਰ ਹੀ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ। ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਅੱਜ ਦੇ ਦਿਨ 13 ਮੱਘਰ ਵਾਲੇ ਦਿਨ, ਜਦੋਂ ਮਹਾਰਾਜ ਸਾਹਿਬ ਜੀ ਅਫਗਾਨਿਸਤਾਨ ਦੇ ਇਲਾਕੇ ਵਿੱਚ ਵਿਚਰ ਰਹੇ ਸਨ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਨੁਸਾਰ ਤੇ ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖਤ ਦੇ ਮੁਤਾਬਕ 1591 ਬਿਕਰਮੀ ਸੰਮਤ 13 ਮੱਘਰ ਵਾਲੇ ਦਿਨ ਅਫਗਾਨਿਸਤਾਨ ਦੇ ਇਲਾਕੇ ਕੁਰਮ ਸ਼ਹਿਰ ਪੈਂਦਾ ਹੈ। ਉੱਥੋਂ ਦੀ ਦਰਿਆ ਵਗਦਾ ਹੈ ਤੇ ਉਸ ਦਰਿਆ ਦਾ ਨਾਮ ਹੀ ਕੁਰਮ ਦਰਿਆ ਹੈ। ਮਹਾਰਾਜ ਕਹਿਣ ਲੱਗੇ ਮਰਦਾਨਿਆ ਤੇਰਾ ਆਖਰੀ ਦਾ ਭੋਜਨ ਇਸ ਸ਼ਹਿਰ ਦੇ ਵਿੱਚ ਹੈ, ਛਕ ਲਾ। ਉਸ ਸ਼ਹਿਰ ਵਿੱਚੋਂ ਪ੍ਰਸ਼ਾਦਾ ਪਾਣੀ ਭਾਈ ਮਰਦਾਨਾ ਜੀ ਨੂੰ ਛਕਾਇਆ। ਸ਼ਹਿਰ ਤੋਂ ਬਾਹਰ ਮਹਾਰਾਜ ਸਾਹਿਬ ਜੀ ਚਲੇ ਗਏ ਉਸ ਕੁਰਮ ਦਰਿਆ ਦੇ ਕੰਢੇ ਤੇ। ਕਹਿਣ ਲੱਗੇ ਮਰਦਾਨਿਆ ਕਿਵੇਂ ਦਾ ਪ੍ਰਤੀਤ ਹੁੰਦਾ ਹੈ? ਆਖਿਆ ਮਹਾਰਾਜ ਹੁਣ ਮੇਰਾ ਅੰਤਮ ਸਮਾਂ ਹੈ। ਵੇਖੋ ਗੁਰੂ ਕੀ ਸੰਗਤ ਕਰ ਕਰਕੇ, ਗੁਰੂ ਕੀ ਬਾਣੀ ਦਾ ਕੀਰਤਨ ਕਰਕੇ ਭਾਈ ਮਰਦਾਨਾ ਜੀ ਇੰਨੇ ਮਹਾਨ ਹੋ ਗਏ, ਉਹਨਾਂ ਨੂੰ ਮਹਾਰਾਜ ਨੇ ਅੰਤਰਜਾਮੀ ਬਣਾ ਦਿੱਤਾ ਜੀ। ਮਹਾਰਾਜ ਨੇ ਜਦੋਂ ਪੁੱਛਿਆ ਤੇ ਭਾਈ ਮਰਦਾਨਾ ਜੀ ਨੇ ਪਹਿਲਾਂ ਦੱਸਿਆ ਕਿ ਮਹਾਰਾਜ ਹੁਣ ਮੇਰਾ ਅੰਤਲਾ ਹੀ ਸਮਾਂ ਹੈ। ਬਾਰ-ਬਾਰ ਜਾ ਕਰਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਬੈਠੇ ਆ। ਗਰੀਬ ਨਵਾਜ ਸਾਹਿਬ ਨੇ ਆਖਿਆ ਮਰਦਾਨਿਆ ਦੱਸ ਤੇਰੇ ਸਰੀਰ ਨੂੰ ਕਿਹੜਾ ਦਾਗ ਦਈਏ, ਵੀ ਤੈਨੂੰ ਮਿੱਟੀ ਵਿੱਚ ਦਫਨਾਈਏ ਜਾਂ ਅਗਨੀ ਦਾ ਕਰੀਏ, ਜਿਵੇਂ ਤੂੰ ਆਖੇ। ਤਾਂ ਮਰਦਾਨਾ ਜੀ ਨੇ ਆਖਿਆ ਬਾਬਾ ਜੀ ਇਹ ਸਰੀਰ ਦੀ ਮੜੋਲੀ ਵਿੱਚੋਂ ਕੱਢ ਕੇ ਹੁਣ ਫੇਰ ਮੈਨੂੰ ਇਹ ਇੱਟਾਂ ਵੱਟਿਆਂ ਦੀ ਮੜੋਲੀ ਵਿੱਚ ਪਾਉਣਾ ਚਾਹੁੰਦੇ ਹੋ। ਆਖਿਆ ਮਰਦਾਨਿਆ ਤੇਰਾ ਕੋਈ ਮੰਦਰ ਬਣਾ ਦਈਏ, ਕੋਈ ਨਿਸ਼ਾਨ ਝੁਲਾ ਦਈਏ, ਤੇਰੀ ਪੂਜਾ ਜਗ ਕਰਿਆ ਕਰੇਗਾ। ਆਖਿਆ ਨਾ ਬਾਬਾ ਮੈਨੂੰ ਆਪਣੇ ਵਿੱਚ ਹੀ ਅਭੇਦ ਕਰ ਲਵੋ। ਗਰੀਬ ਨਵਾਜ ਕਹਿੰਦੇ ਵੇ ਮਰਦਾਨਿਆ ਸਤਿਗੁਰੂ ਵੇ ਅੱਖਰ ਬਹੁਤ ਵਰਤਿਆ ਕਰਦੇ ਸਨ। ਧੰਨ ਗੁਰੂ ਨਾਨਕ ਸਾਹਿਬ ਜੀ। ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਤੇ ਬਾਣੀ 'ਚ ਵੀ ਵੇ ਸ਼ਬਦ ਆਉਂਦਾ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ, ਵੇ ਲਾਲੋ, ਵਾਰ-ਵਾਰ ਵੇ ਲਾਲੋ ਮਹਾਰਾਜ ਨੇ ਆਖਿਆ ਉੱਥੇ। ਗਰੀਬ ਨਵਾਜ ਕਹਿੰਦੇ ਵੇ ਮਰਦਾਨਿਆ ਇਹ ਸੋਝੀ ਕਿੱਥੋਂ ਆਈ? ਆਖਿਆ ਸਤਿਗੁਰੂ ਜੀ ਇਹ ਸੋਝੀ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਆਈ। ਮਹਾਰਾਜ ਮੇਰੀ ਕੋਈ ਇੱਛਾ ਨਹੀਂ ਕਿ ਮੇਰਾ ਮੰਦਰ ਬਣੇ, ਮੇਰਾ ਨਿਸ਼ਾਨ ਝੁੱਲੇ, ਬਸ ਮੈਨੂੰ ਇਹ 5 ਤੱਤਾਂ ਦੀ ਮੜੋਲੀ ਚੋਂ ਸਰੀਰ ਚੋਂ ਕੱਢਣ ਲੱਗੇ ਹੋ ਆਪਣੇ ਵਿੱਚ ਹੀ ਲੀਨ ਕਰ ਲਓ। ਸਤਿਗੁਰੂ ਬੜੇ ਖੁਸ਼ ਹੋਏ ਤੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਦਾ ਦਰਸ਼ਨ ਕਰਦਿਆਂ ਕਰਦਿਆਂ ਅੱਜ ਦੇ ਦਿਨ ਸਾਧ ਸੰਗਤ ਜੀ ਸਰੀਰ ਤਿਆਗ ਗਿਆ। ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ।
ਇੰਜ ਭਾਈ ਮਰਦਾਨਾ ਜਗਤ ਗੁਰੂ ਜੀ ਦੇ ਨਾਲ ਕੀਰਤਨ ਕਰਦਾ ਕਰਦਾ ਲੀਨ ਹੋ ਗਿਆ, ਜਿਵੇਂ ਪਾਣੀ ਨਾਲ ਪਾਣੀ ਲੀਨ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ। ਇਤਿਹਾਸ ਵਿੱਚ ਲਿਖਿਆ, ਫਿਰ ਜਿਸ ਚਾਦਰ ਦੀ ਬੁੱਕਲ ਮਾਰੀ ਸੀ ਨਾ ਬਾਬਾ ਜੀ ਨੇ, ਕਿਉਂਕਿ ਆ ਠੰਡ ਦੀ ਰੁੱਤ ਹੈ, ਅੱਜ ਆਪਾਂ ਵੀ ਲਈਆਂ ਅੱਜ ਦੇ ਦਿਨ ਮਰਦਾਨਾ ਜੀ ਨੇ ਸਰੀਰ ਤਿਆਗਿਆ। ਜਿਸ ਚਾਦਰ ਦੀ ਬੁੱਕਲ ਮਾਰੀ ਸੀ ਉਹ ਚਾਦਰ ਲਾਹ ਕੇ ਮਰਦਾਨਾ ਜੀ ਦੇ ਸਰੀਰ ਤੇ ਪਾਈ। ਭਾਈ ਬਾਲਾ ਜੀ ਨੇ ਜਿਸ ਚਾਦਰ ਦੀ ਬੁੱਕਲ ਮਾਰੀ ਸੀ, ਭਾਈ ਬਾਲਾ ਜੀ ਵਾਲੀ ਚਾਦਰ ਪਾਈ। ਆਪ ਆਪਣੇ ਪਵਿੱਤਰ ਹੱਥਾਂ ਦੇ ਨਾਲ ਲੱਕੜਾਂ ਇਕੱਠੀਆਂ ਕੀਤੀਆਂ, ਨਾਲ ਭਾਈ ਬਾਲਾ ਜੀ ਲੱਗੇ। ਚਿਖਾ ਚਿਣ ਕਰਕੇ ਭਾਈ ਮਰਦਾਨਾ ਜੀ ਦਾ ਸਰੀਰ ਉੱਤੇ ਚਿਖਾ ਤੇ ਰੱਖ ਕੇ ਆਪਣੇ ਹੱਥੀਂ ਗੁਰੂ ਨਾਨਕ ਸਾਹਿਬ ਜੀ ਨੇ ਲਾਂਬੂ ਲਾਇਆ। ਆਪਣੇ ਹੱਥੀਂ ਭਾਈ ਮਰਦਾਨਾ ਜੀ ਦਾ ਸੰਸਕਾਰ ਕੀਤਾ। ਤੋ ਐਸੇ ਉਹ ਮਹਾਨ ਗੁਰੂ ਕੇ ਸਿੱਖ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਪੌੜੀ ਦੀਆਂ ਪੰਕਤੀਆਂ ਪੜ੍ਹ ਕੇ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਧੰਨ ਧੰਨ ਭਾਈ ਮਰਦਾਨਾ ਜੀ, ਉਹਨਾਂ ਨੂੰ ਮਹਾਰਾਜ ਨੇ ਕੀਰਤਨ ਨਿਰਮੋਲਕ ਹੀਰਾ ਬਖਸ਼ਿਆ। ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ, ਭਾਈ ਇਹ ਪਰਮੇਸ਼ਰ ਦੇ ਖਜ਼ਾਨੇ ਵਿੱਚ ਜਿਸ ਹੀਰੇ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹ ਕੀਰਤਨ ਰੂਪੀ ਹੀਰਾ ਹੈ। ਆਨੰਦ ਗੁਣੀ ਹੀਰਾ, ਤੇ ਗੁਣਾ ਦਾ ਜੋ ਗਹੀਰ ਸਮੁੰਦਰ ਪਰਮੇਸ਼ਰ ਹੈ, ਉਸ ਦਾ ਆਨੰਦ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਦਾ ਕੀਰਤਨ ਕਰਦਿਆਂ। ਹੇ ਭਾਈ, ਉਹ ਬਾਣੀ ਦੀ ਪ੍ਰਾਪਤੀ ਹੁੰਦੀ ਹੈ ਜੋ ਇੱਕ ਰਸ ਹੱਦ ਤੋਂ ਰਹਿਤ ਬਾਣੀ ਦਾ ਵਾਜਾ ਵੱਜਦਾ ਹੈ, ਬਾਣੀ ਦਾ ਉਚਾਰਨ ਹੁੰਦਾ ਹੈ। ਉਹ ਬਾਣੀ ਦੀ ਪੂੰਜੀ ਸਰਮਾਇਆ ਪ੍ਰਾਪਤ ਹੋ ਜਾਂਦਾ ਹੈ। ਅਣਹਦ ਬਾਣੀ ਦੀ ਜੋ ਪੂੰਜੀ ਹੈ, ਪੂੰਜੀ ਨਾਮ ਹੈ ਰਾਸੀ ਦਾ, ਸਰਮਾਏ ਦਾ, ਖਜ਼ਾਨੇ ਦਾ। ਇਹ ਇੱਕ ਰਸ ਹੱਦ ਤੋਂ ਰਹਿਤ ਬਾਣੀ ਅਣਹਦ ਵਾਜੇ, ਉਹ ਬਾਣੀ ਪ੍ਰਾਪਤ ਹੁੰਦੀ ਹੈ। ਪਰ ਇਸ ਖਜ਼ਾਨੇ ਦੀ ਕੁੰਜੀ ਕਿੱਥੇ ਹੈ? ਉਹ ਆਪਣੇ ਪਿਆਰੇ ਸੰਤਾਂ ਦੇ ਹੱਥ ਵਿੱਚ ਰੱਖੀ ਹੈ। ਜਿਹੜਾ ਗੁਰਮੁਖਾਂ ਦੀ, ਸੰਤਾਂ ਭਗਤਾਂ ਦੀ ਸੰਗਤ ਕਰਦਾ ਹੈ, ਉਹਨੂੰ ਇਸ ਖਜ਼ਾਨੇ ਦੀ ਕੁੰਜੀ ਪ੍ਰਾਪਤ ਹੁੰਦੀ ਹੈ, ਕਿਉਂਕਿ ਵਾਹਿਗੁਰੂ ਨੇ ਆਪਣੇ ਪਿਆਰੇ ਸੰਤਾਂ ਕੋਲੇ ਕੁੰਜੀ ਰੱਖੀ ਹੋਈ ਹੈ। ਇਹ ਭਾਈ, ਫਿਰ ਜਿਹੜਾ ਇਸ ਨਾਮ ਖਜ਼ਾਨੇ ਦੇ ਨਾਲ ਜੁੜ ਜਾਂਦਾ ਹੈ, ਉਹਦੀ ਸੁੰਨ ਸਮਾਧੀ ਲੱਗ ਜਾਂਦੀ ਹੈ। ਉਸ ਦੀ ਬੁੱਧੀ ਜਿਹੜੀ ਹੈ ਉਹ ਸਮਾ ਜਾਂਦੀ ਹੈ ਪ੍ਰਭੂ ਦੇ ਵਿੱਚ, ਤੇ ਸੁੰਨ ਸਰੂਪ ਦੇ ਵਿੱਚ। ਉੱਥੇ ਕੋਈ ਫੁਰਨਾ ਨਹੀਂ ਰਹਿ ਜਾਂਦਾ ਮਾਇਕੀ ਪਦਾਰਥਾਂ ਦਾ। ਉਸ ਇਕਾਂਤ ਗੁਫਾ ਵਿੱਚ ਉਹਦਾ ਆਸਣ ਲੱਗ ਜਾਂਦਾ ਹੈ। ਉੱਥੇ ਕੇਵਲ ਤੇ ਕੇਵਲ ਪਾਰ ਬ੍ਰਹਮ ਪੂਰਨ ਦਾ ਹੀ ਵਾਸਾ ਹੈ। ਉਸ ਅਵਸਥਾ ਵਿੱਚ ਆਪਣੇ ਭਗਤ ਦੇ ਨਾਲ ਪਰਮੇਸ਼ਰ ਜੀ ਫਿਰ ਗੱਲਾਂ ਬਾਤਾਂ ਕਰਦੇ ਆ, ਗੋਸ਼ਟੀ ਕਰਦੇ ਹਨ। ਜਿਸ ਨੂੰ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ, ਤੇ ਜਿਹੜਾ ਗੁਰੂ ਕਾ ਪਿਆਰਾ ਇਸ ਅਵਸਥਾ ਤੇ ਪਹੁੰਚਦਾ ਹੈ, ਉੱਥੇ ਨਾ ਫਿਰ ਉਹਦੇ ਤੇ ਖੁਸ਼ੀ ਪ੍ਰਭਾਵ ਪਾਉਂਦੀ ਹੈ, ਨਾ ਗਮੀ ਪ੍ਰਭਾਵ ਪਾਉਂਦੀ ਹੈ, ਨਾ ਉੱਥੇ ਜਨਮ ਹੁੰਦਾ ਹੈ ਤੇ ਨਾ ਉੱਥੇ ਮੌਤ ਹੁੰਦੀ ਹੈ। ਉੱਥੇ ਜਨਮ ਵੀ ਅਸਰ ਨਹੀਂ ਕਰਦਾ, ਉੱਥੇ ਮਰਨ ਵੀ ਅਸਰ ਨਹੀਂ ਕਰਦਾ। ਭਾਵੇਂ ਕੋਈ ਜਨਮ ਹੋਈ ਜਾਵੇ, ਭਾਵੇਂ ਕੋਈ ਮੌਤ ਹੋਈ ਜਾਵੇ, ਭਾਵੇਂ ਕੋਈ ਖੁਸ਼ੀ ਦਾ ਦਿਨ ਆਈ ਜਾਵੇ, ਭਾਵੇਂ ਕੋਈ ਗਮੀ ਦਾ ਆਈ ਜਾਵੇ, ਉਹ ਇੱਕ ਰਸ ਅਵਸਥਾ ਦੇ ਵਿੱਚ ਉੱਥੇ ਆਨੰਦ ਦੇ ਸਹਿਤ ਰਹਿੰਦਾ ਹੈ। ਪਰ ਇਹ ਨਾਮ ਦਾ ਖਜ਼ਾਨਾ, ਨਾਮ ਦਾ ਭੰਡਾਰਾ ਉਸੇ ਨੂੰ ਪ੍ਰਾਪਤ ਹੁੰਦਾ ਜਿਹਦੇ ਉੱਤੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਗੁਰੂ ਸਾਹਿਬ ਜੀ ਦੇ ਰਾਹੀਂ ਜਿਸ ਨੂੰ ਆਪ ਇਹ ਖਜ਼ਾਨਾ ਦਿਵਾ ਦਿੱਤਾ ਹੈ। ਉਸ ਜੀਵ ਨੇ ਸਾਧ ਸੰਗਤ ਕਰਦਿਆਂ ਹੋਇਆਂ ਹਰੀ ਦਾ ਨਾਮ ਧਨ ਪ੍ਰਾਪਤ ਕੀਤਾ ਹੈ। ਗਰੀਬ ਨਵਾਜ ਪੰਚਮ ਪਾਤਸ਼ਾਹ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ ਕਹਿੰਦੇ ਹਨ, ਉਹ ਵਾਹਿਗੁਰੂ ਦਇਆਲ ਪੁਰਖ ਹੈ, ਦਇਆ ਦਾ ਘਰ ਹੈ, ਦਿਆਲੂ ਕਿਰਪਾਲੂ ਹੈ। ਤੇ ਸਾਡੀ ਤੇ ਉਸ ਦਇਆਲ ਪੁਰਖ ਅੱਗੇ ਅਰਦਾਸ ਹੈ, ਕਿਉਂਕਿ ਜ਼ੋਰ ਤਾਂ ਚੱਲਦਾ ਨਹੀਂ। ਜੇ ਤਾਂ ਖੋਹ ਕੇ ਮਿਲ ਜਾਂਦਾ ਹੋਵੇ ਖਜ਼ਾਨਾ, ਤੇ ਕੋਈ ਜ਼ੋਰ ਦੇ ਨਾਲ ਖੋਹ ਕੇ ਲੈ ਜਾਵੇ, ਪਰ ਖੋਹ ਕੇ ਨਹੀਂ ਮਿਲਦਾ, ਇਹ ਅਰਦਾਸ ਕੀਤਿਆਂ ਮਿਲਦਾ ਹੈ। ਇਸ ਕਰਕੇ ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਜਿਸ ਮਾਲਕ ਅੱਗੇ ਕੋਈ ਜ਼ੋਰ ਨਹੀਂ ਚੱਲ ਸਕਦਾ, ਕੋਈ ਚਾਰਾ ਨਹੀਂ ਚੱਲ ਸਕਦਾ,
ਉੱਥੇ ਤਾਂ ਅਰਦਾਸ ਹੀ ਕਰਨੀ ਬਣਦੀ ਹੈ। ਨਾਨਕ ਜੋਰ ਨਾ ਚੱਲੇ, ਨਾਲ ਖਸਮ ਚੱਲੇ ਅਰਦਾਸ। ਮਾਲਕ ਦੇ ਅੱਗੇ ਅਰਦਾਸ ਕਰਨੀ ਬਣਦੀ ਹੈ। ਇਸ ਕਰਕੇ ਸਤਿਗੁਰਾਂ ਨੇ ਆਪ ਅਰਦਾਸਾਂ ਕੀਤੀਆਂ ਤੇ ਸਾਨੂੰ ਸੰਸਾਰੀ ਜੀਵਾਂ ਨੂੰ, ਆਪਣੇ ਸਿੱਖਾਂ ਸੇਵਕਾਂ ਨੂੰ ਅਰਦਾਸ ਕਰਨੀ ਸਿਖਾਈ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਆਪ ਅਰਦਾਸ ਕੀਤੀ ਤੇ ਸਾਨੂੰ ਆਖਿਆ ਨਾਲੇ ਬਾਣੀ ਪੜ੍ਹਿਆ ਕਰੋ ਤੇ ਨਾਲੇ ਭਾਈ ਅਰਦਾਸ ਕਰਿਆ ਕਰੋ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਦਇਆਲ ਪੁਰਖ ਨਾਨਕ ਅਰਦਾਸ। ਇਹ ਦਇਆ ਦੇ ਘਰ ਅਕਾਲ ਪੁਰਖ ਵਾਹਿਗੁਰੂ ਜੀ ਸਭ ਥਾਵਾਂ ਤੇ ਆਪ ਵਿਆਪਕ ਹੋ। ਆਪ ਜੀ ਦੇ ਚਰਨਾਂ 'ਚ ਸਾਡੀ ਬੇਨਤੀ ਹੈ। ਹਰ ਮੇਰੀ ਵਰਤਨ ਹਰ ਮੇਰੀ ਰਾਸ। ਉਹ ਹਰੀ ਪਰਮੇਸ਼ਰੀ ਮੇਰੀ ਵਰਤਨ ਹੈ। ਵਰਤਨ ਵਾਸਤੇ ਵਰਤਨ ਵੀ ਉਹ ਵਾਹਿਗੁਰੂ ਹੀ ਮੇਰੀ ਹੈ ਤੇ ਰਾਸੀ ਪੂੰਜੀ ਵੀ, ਖਜ਼ਾਨਾ ਵੀ ਮੇਰਾ ਉਹ ਪਰਮੇਸ਼ਰ ਵਾਹਿਗੁਰੂ ਹੀ ਹੈ। ਰਾਸ ਵੀ ਉਹ ਵਾਹਿਗੁਰੂ ਹੈ। ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਦੋਹਾਂ ਸ਼ਬਦਾਂ ਦੇ ਵਿੱਚ ਪਵਿੱਤਰ ਉਪਦੇਸ਼ ਬਖਸ਼ਿਆ। ਗਰੀਬ ਨਵਾਜ ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਸਤਿਗੁਰੂ ਜੀ ਗੁਰੂ ਸਰੂਪ ਗੁਰੂ ਕੀ ਸਾਜੀ ਨਵਾਜੀ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਦਇਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਨ ਹਰ ਮੇਰੀ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।